ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਕਸ਼ਮੀਰ ਵਿੱਚ ਹਾਲਾਤ ਖਰਾਬ ਨੇ। ਖੈਰ ਹੁਣ ਇਹਨਾਂ ਕਹਿਣਾ ਵੀ ਕਾਫੀ ਨਹੀਂ ਹੈ, ਦੁਬਾਰਾ ਕਹਿ ਕੇ ਦੇਖ ਲੈਂਦੇ ਆ। ਕਸ਼ਮੀਰ ਵਿੱਚ ਹਾਲਾਤ ਬੜੇ ਹੀ ਖਰਾਬ ਨੇ। ਦਹਿਸ਼ਤਵਾਦ ਹੈ ਤਾਂ ਖਤਮ ਹੋਣ ਦੀ ਗੱਲ ਹੀ ਤਾਂ ਛੱਡੋ, ਇੱਥੇ ਨਿਤ ਦਿਨ ਠੂ ਠਾ ਮੁਕਾਬਲਾ, ਪੁਲਿਸ ਫੌਜ, ਫਿਰ ਪੂਰੇ ਮੁਹੱਲੇ ਦੀ ਘੇਰਾਬੰਦੀ, ਫਿਰ ਲਾਸ਼ਾਂ, ਇਹ ਸਭ ਆਮ ਜਿਹਾ ਰੂਟੀਨ ਹੋ ਗਿਆ, ਹਰ ਰੋਜ਼ ਦੀ ਗੱਲ। ਉਧਰ ਘਰ ਦੇ ਅੰਦਰ ਅੱਤਵਾਦੀ ਲੁਕ ਜਾਂਦੇ ਨੇ, ਫਿਰ ਫੌਜ ਘੇਰਾ ਪਾਉਂਦੀ ਹੈ, ਫਿਰ ਚਲਦੀਆਂ ਗੋਲੀਆਂ ਦੇ ਵਿੱਚ, ਬਲਕਿ ਚਲਦੇ ਗੋਲਿਆਂ ਦੇ ਮੀਂਹ ਦੇ ਵਿੱਚ ਸੈਂਕੜੇ ਲੋਕ ਉਮੜ ਪੈਂਦੇ ਨੇ। ਉਹ ਪੱਥਰਬਾਜ਼ੀ ਕਰਦੇ ਨੇ, ਨਾਅਰੇਬਾਜ਼ੀ ਕਰਦੇ ਨੇ, ਫਿਰ ਫੌਜ ਦੀਆਂ ਬੰਦੂਕਾਂ ਦਾ ਮੂੰਹ ਲੋਕਾਂ ਵੱਲ ਹੋ ਜਾਂਦਾ। ਤੇ ਅੱਤਵਾਦੀ ਵੀ ਦੇਖੋ ਕੌਣ ਅੱਤਵਾਦੀ ਬਣ ਰਿਹਾ। ਸੋਸ਼ੀਓਲੋਜੀ ਦਾ ਪ੍ਰੋਫੈਸਰ, PhD ਸਕਾਲਰ, ਨੈਟ ਪਾਸ ਜੂਨੀਅਰ ਰਿਸਰਚ ਫੈਲੋ, MA MPhil PhD MBA। ਤੇ ਦੂਸਰੇ ਪਾਸੇ ਸਿਆਸਤ ਜੰਮੂ ਕਸ਼ਮੀਰ ਦੀ ਹਾਰੀ ਪਈ ਹੈ, ਕੇਂਦਰ ਦੀ ਵੀ ਭਾਰਤ ਦੀ ਵੀ। ਮੁੱਖ ਮੰਤਰੀ ਉੱਥੋਂ ਦੇ ਮਹਿਬੂਬਾ ਮੁਫਤੀ ਕਹਿੰਦੇ ਨੇ ਕਿ ਗੋਲੀਬਾਰੀ ਬੰਦ ਕਰ ਦੇਣ ਦਾ ਐਲਾਨ ਕਰ ਦੇਵੇ ਕੇਂਦਰ, ਕਹਿ ਦੇਵੇ ਕਿ ਸਾਡੇ ਵੱਲੋਂ ਗੋਲੀਬਾਰੀ ਬੰਦ ਆ। ਹਿੰਦੁਸਤਾਨ ਦੀ ਫੌਜ ਦੇ ਮੁਖੀ ਕਹਿੰਦੇ ਨੇ ਭੁੱਲ ਜਾਓ ਆਜ਼ਾਦੀ ਦੇ ਨਾਰੇ, ਆਜ਼ਾਦੀ ਨਹੀਂ ਮਿਲਦੀ। ਤੇ ਕਿੰਨੇ ਮਰਦੇ ਨੇ ਮੁਕਾਬਲਿਆਂ ਦੇ ਵਿੱਚ ਉਹ ਗਿਣਤੀ ਨਹੀਂ ਕਰ ਰਹੇ। ਉਹ ਕਹਿੰਦੇ ਨੇ ਸੀਰੀਆ ਤੇ ਪਾਕਿਸਤਾਨ ਵੱਲ ਦੇਖੋ, ਉੱਥੇ ਤੇ ਟੈਂਕ ਲਿਆ ਕੇ ਮਾਰ ਦਿੰਦੇ ਨੇ। ਲੋਕਾਂ ਤੇ ਸਰਕਾਰ ਦੇ ਵਿਚਾਲੇ ਦੂਰੀ ਵੱਧਦੀ ਜਾ ਰਹੀ ਹੈ। ਰੋਜ਼ ਦੀ ਬਿਆਨਬਾਜ਼ੀ ਹੁਣ ਆਉਣ ਵਾਲੇ ਹੋਰ ਖਤਰਨਾਕ ਮੰਜ਼ਰ ਦੀ ਖਬਰ ਦੇ ਰਹੀ ਹੈ। ਇਸੇ ਲਈ ਅੱਜ ਇਸ ਤੇ ਚਰਚਾ ਕਰ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਗੋਬਿੰਦ ਠੁਕਰਾਲ ਜੀ, ਬਹੁਤ ਸੀਨੀਅਰ ਪੱਤਰਕਾਰ ਨੇ, ਜੰਮੂ ਕਸ਼ਮੀਰ ਦੇ ਬਾਰੇ ਇੱਕ ਲੰਬੇ ਸਮੇਂ ਤੋਂ ਲਿਖ ਰਹੇ ਨੇ, ਦਹਾਕਿਆਂ ਤੱਕ ਟ੍ਰਿਬਿਊਨ ਦੇ ਨਾਲ ਜੁੜੇ ਰਹੇ ਨੇ, ਸਾਊਥ ਏਸ਼ੀਆ ਪੋਸਟ ਦੇ ਐਡੀਟਰ ਨੇ ਤੇ ਹਿੰਦ ਪਾਕ ਵਾਰਤਾਲਾਪ ਦੇ ਵੱਡੇ ਮੁਦਈ ਰਹੇ ਨੇ। ਯਾਦ ਰਹੇ, ਕਸ਼ਮੀਰ ਦੀ ਇਸ ਸਮੱਸਿਆ ਦੇ ਵਿੱਚ ਕੋਈ ਮੰਨੇ ਜਾਂ ਨਾ ਪਾਕਿਸਤਾਨ ਇੱਕ ਸਟੇਕ ਹੋਲਡਰ ਹੈ। ਸਾਡੇ ਨਾਲ ਜੁੜ ਰਹੇ ਨੇ ਵਿਪਿਨ ਪੱਬੀ ਜੀ, ਇਸ तमाम ਖਿੱਤੇ ਨੂੰ ਕਵਰ ਕਰਦੇ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਐਡੀਸ਼ਨ ਦੇ ਐਡੀਟਰ ਰਹੇ ਨੇ, ਖੁਦ ਜੰਮੂ ਕਸ਼ਮੀਰ ਤੋਂ ਰਿਪੋਰਟ ਕਰ ਚੁੱਕੇ ਨੇ ਤੇ ਲਗਾਤਾਰ ਉਥੋਂ ਦੇ ਹਾਲਾਤ ਤੇ ਨਜ਼ਰ ਰੱਖ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਪੰਜਾਬ ਯੂਨੀਵਰਸਿਟੀ ਤੋਂ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਡਾਕਟਰ ਆਸ਼ੂਤੋਸ਼ ਕੁਮਾਰ ਜੀ। ਡਾਕਟਰ ਆਸ਼ੂਤੋਸ਼ ਕੁਮਾਰ ਜੀ ਕਸ਼ਮੀਰ ਬਾਰੇ ਕਿਤਾਬਾਂ ਦੇ ਲੇਖਕ ਨੇ, ਜੰਮੂ ਵਿੱਚ ਪੜ੍ਹਾ ਚੁੱਕੇ ਨੇ। ਅਜੇ ਕਿ ਇਹ ਨਹੀਂ ਪਤਾ ਕਿ ਜੰਮੂ ਵਿੱਚ ਪੜ੍ਹਾ ਕੇ ਕਸ਼ਮੀਰ ਦੀ ਸਮੱਸਿਆ ਕਿੰਨੀ ਕੁ ਨਜ਼ਰ ਆਉਂਦੀ ਹੈ। ਲੋਕਾਂ ਦਾ ਕਹਿਣਾ ਠੀਕ ਉਲਟੀ ਵੀ ਨਜ਼ਰ ਆਉਂਦੀ ਹੈ। ਜੰਮੂ ਤੇ ਕਸ਼ਮੀਰ ਵਿਚਲੀ ਦੂਰੀ ਵੀ ਪਿੱਛੇ ਜੇ ਸਾਡੀਆਂ ਖਬਰਾਂ ਦਾ ਵਿਸ਼ਾ ਬਣੀ ਰਹੀ ਹੈ। ਸਾਡੇ ਨਾਲ ਜੁੜ ਰਹੇ ਨੇ ਪੱਤਰਕਾਰ ਹਮੀਰ ਸਿੰਘ ਜੀ, ਬਹੁਤ ਹੀ ਆਪਣੀ ਪਰਸੈਪਟਿਵ ਪੱਤਰਕਾਰੀ ਲਈ ਜਾਣੇ ਜਾਂਦੇ ਹਮੀਰ ਸਿੰਘ ਜੀ ਲਗਾਤਾਰ ਵਾਦੀ ਦੇ ਵਿੱਚ ਆਪਣਾ ਸੰਪਰਕ ਬਣਾਏ ਰਹਿੰਦੇ ਨੇ, ਉੱਥੇ ਆਣਾ ਜਾਣਾ ਉਹਨਾਂ ਦਾ ਰਹਿੰਦਾ ਹੈ। ਗ੍ਰਾਸ ਰੂਟਸ ਦੇ ਉੱਤੇ ਇਹ ਕੇਂਦਰ ਤੇ ਸ੍ਰੀਨਗਰ ਵਿਚਲੀ ਸਿਆਸਤ ਲੋਕਾਂ ਨਾਲ ਕੀ ਕਰ ਰਹੀ ਹੈ। ਤੇ ਅਸੀਂ ਜਿਹੜੇ ਪੰਜਾਬ ਵਿੱਚ ਬੈਠੇ ਆ, ਜਿਨ੍ਹਾਂ ਨੇ ਫੈਡਰਲਿਜ਼ਮ ਦੇ ਮੁੱਦੇ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ, ਉਹਨਾਂ ਕੋਲ ਕੀ ਸਬਕ ਨੇ ਜੰਮੂ ਤੇ ਕਸ਼ਮੀਰ ਦੇ ਇਸ ਮਸਲੇ ਵਿੱਚ ਸਾਰੇ ਸਟੇਕ ਹੋਲਡਰਸ ਲਈ, ਇਹਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ। ਪਰ ਗੋਬਿੰਦ ਠੁਕਰਾਲ ਜੀ, ਜਿਸ ਜਗ੍ਹਾ ਤੇ ਅੱਜ ਆ ਬੈਠੇ ਆ, ਜਿੱਥੇ ਫੌਜ ਦਾ ਮੁਖੀ ਕਹਿ ਰਿਹਾ ਕਿ ਇਸ ਕਿਸਮ ਦੀ ਸੀਜ਼ ਫਾਇਰ ਤਾਂ ਭੁੱਲ ਜਾਓ, ਅਸੀਂ ਤਾਂ ਪਾਕਿਸਤਾਨ ਨਾਲ ਸੀਜ਼ ਫਾਇਰ ਜਿਹੜੀ ਹੈ ਉਹਨੂੰ ਰੀਇਨਫੋਰਸ ਦੁਬਾਰਾ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੇ, ਡਾਇਲੌਗ ਦੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕਿਸੇ ਕਿਸਮ ਦੀ, ਤੇ ਲਗਾਤਾਰ ਗੋਲੀਬਾਰੀ ਨਾਲ ਸਭ ਕੁਝ ਹੱਲ ਕੀਤਾ ਜਾ ਰਿਹਾ ਹੈ। ਤੇ ਸਾਰੇ ਅੰਦਾਜ਼ੇ ਇਹੀ ਨੇ ਕਿ ਫਰਦਰ ਭਾਸ਼ਾ ਹੋਰ ਸਖਤ ਹੋ ਸਕਦੀ ਹੈ ਬੰਦੂਕ ਦੀ। ਉਧਰੋਂ ਦੂਸਰੇ ਪਾਸੋਂ ਖਬਰਾਂ ਆਉਂਦੀਆਂ ਨੇ ਵੀ ਉਹ ਕੋਰੀਆ ਦਾ, ਨਾਰਥ ਕੋਰੀਆ ਦਾ ਕਿਮ ਤੇ ਸਾਊਥ ਕੋਰੀਆ ਦਾ ਮੂੰਹ ਆਪਸ ਵਿੱਚ ਜਫੀਆਂ ਪਾਈ ਜਾਂਦੇ ਨੇ। ਤੇ ਅਸੀਂ ਕਿਸ ਮੂੰਹ ਨਾਲ ਉਧਰ ਦੇਖੀਏ ਤੇ ਕਿਸ ਅਕਲ ਨਾਲ ਸਮਝੀਏ ਆਪਣੀ ਸਿਆਸਤ ਨੂੰ? ਦੇਖੋ, ਤੁਸੀਂ ਕਾਫੀ ਸਾਲਾਂ ਤੋਂ ਇੱਕ ਚੀਜ਼ ਦਾ ਮੁਜ਼ਾਹਰਾ ਹੋ ਰਿਹਾ ਹੈ ਕਿ ਹਿੰਦੁਸਤਾਨ ਦੀ ਸਿਆਸਤ ਦਾ ਦਿਵਾਲਾ ਨਿਕਲਿਆ ਹੋਇਆ ਹੈ। ਪਹਿਲਾਂ ਪੰਜਾਬ 'ਚ ਦਿਵਾਲੇ ਨਿਕਲੇ ਰਹੇ 10-12 ਸਾਲ ਅਸੀਂ ਬੜਾ ਤਾਪ ਹੰਡਾਇਆ, ਬੜੇ ਨੌਜਵਾਨ ਮਾਰੇ ਗਏ, ਦੋਵੇਂ ਪਾਸੇ ਮਾਰੇ ਗਏ, ਪੁਲਿਸ ਦੇ ਵੀ ਮਾਰੇ ਗਏ, ਆਰਮੀ ਦੇ ਮਾਰੇ ਗਏ। ਅਸੀਂ ਟੈਂਕ ਲੈ ਕੇ ਵੜ ਗਏ, ਟੈਂਕ ਅੰਮ੍ਰਿਤਸਰ ਗੋਲਡਨ ਟੈਂਪਲ 'ਚ ਨਹੀਂ ਗਏ ਸੀ। ਅਸੀਂ ਤਾਂ ਟੈਂਕ ਦੇਖੇ ਨੇ। ਉੱਥੇ ਵਿਪਨ ਰਾਵਤ ਜੀ ਨੇ ਕਿਹਾ ਵੀ ਟੈਂਕ ਸੀਰੀਆ ਵਿੱਚ ਆਉਂਦੇ ਨੇ। ਵਿਪਨ ਰਾਵਤ ਟੈਂਕ ਵਾੜ ਕੇ ਵੀ ਦੇਖ ਲਏ, ਫਿਰ ਉਹਦੇ ਬਾਅਦ ਕੀ ਹੋਊਗਾ ਉਹ ਵੀ ਦੇਖ ਲਏ। ਸਵਾਲ ਆ ਵੀ ਜੇ ਅਮਨ ਚਾਹੁੰਦੇ ਹੋ ਤਾਂ, ਜੇ ਤੁਸੀਂ ਟਿਕਟਕਾ ਚਾਹੁੰਦੇ ਹੋ ਤਾਂ ਜਿੰਨੀਆਂ ਧਿਰਾਂ ਉਹ 'ਚ ਇਨਵੋਲਵ ਨੇ ਉਹਨਾਂ ਨਾਲ ਤੁਹਾਨੂੰ ਗੱਲ ਕਰਨੀ ਪਏਗੀ। ਗੱਲ ਇਹ ਜ਼ਰੂਰੀ ਨਹੀਂ ਵੀ ਅਸੀਂ ਕੰਸੀਡ ਕਰ ਲਿਆ ਵੀ ਚਲੋ ਜੰਮੂ ਕਸ਼ਮੀਰ 'ਚ ਗੱਲ ਕਰਨ ਦਾ ਮਤਲਬ ਇਹ ਨਹੀਂ ਹੋਏਗਾ ਕਿ ਜੰਮੂ ਕਸ਼ਮੀਰ ਅਸੀਂ ਪਾਕਿਸਤਾਨ ਨੂੰ ਦੇਤਾ ਜਾਂ ਜੰਮੂ ਕਸ਼ਮੀਰ ਨੂੰ ਆਜ਼ਾਦ ਕਰਤਾ। ਲੇਕਿਨ ਗੱਲ ਤੁਹਾਨੂੰ ਕਰਨੀ ਪਏਗੀ, ਜੇ ਮਹਿਬੂਬਾ ਮੁਫਤੀ ਤੇ BJP ਦਾ ਜਿਹੜਾ ਪਹਿਲਾ ਜੋੜ ਹੈ, ਇਹ ਜੋੜ ਗੱਠਜੋੜ ਹੀ ਗਲਤ ਆ। ਇੱਕ ਪਾਰਟੀ ਇਹ ਕਹਿ ਰਹੀ ਹੈ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਆਜ਼ਾਦੀ ਦੇ ਨੇੜੇ ਖੜੀ ਹੈ। ਦੂਜੀ ਪਾਰਟੀ ਹਿੰਦੁਸਤਾਨ ਦੀ ਇੱਕ ਕੌਮੀ ਏਕਤਾ ਦੀ ਗੱਲ ਦੇ ਬਹਾਨੇ ਹੋਰ ਬਹੁਤ ਕੁਝ ਸਟਰੋਂਗ ਅਖੰਡਤਾ ਦੀ ਮੁਦਈ ਹੈ। ਹੁਣ 370 ਤਾਂ ਤੁਸੀਂ ਖਤਮ ਕਰਨਾ ਚਾਹੁੰਦੇ ਸੀਗੇ, ਨਾਗਾਲੈਂਡ ਤੁਸੀਂ 370 ਦੇ ਨਾਲ 370 ਏ ਜੋੜ ਰਹੇ ਹੋ। 370 ਲੱਗੇ 371 ਆਈ ਤੱਕ ਸਾਰੀਆਂ ਧਾਰਾਵਾਂ ਲੱਗ ਜਾਣਗੀਆਂ।
ਤੁਸੀਂ ਇੱਕ ਹਕੀਕਤ ਜਿਹੜੀ ਹੈ ਨਾ ਉਸ ਜ਼ਮੀਨੀ ਹਕੀਕਤ ਨੂੰ ਸਮਝੋ ਕਿ ਜੰਮੂ ਕਸ਼ਮੀਰ ਦੀ ਧਰਤੀ ਤਾਂ ਤੁਹਾਡੇ ਕੋਲ ਸ਼ਾਇਦ ਰਹੇਗੀ ਤੇ ਲੋਕ ਤੁਹਾਡੇ ਨਾਲ ਨਹੀਂ ਤੇ ਰਹਿਣਗੇ। ਤੁਸੀਂ ਜ਼ਮੀਨੀ ਹਕੀਕਤ ਨੂੰ ਕਿਉਂ ਨਹੀਂ ਜ਼ਮੀਨੀ- ਸਮਝ ਰਹੇ? ਕੋਈ ਬੀਜੇਪੀ ਵਾਲਾ ਹੁੰਦਾ ਤੇ ਨਹੀਂ, ਕਹਿੰਦਾ ਇੱਕ ਮਿੰਟ, ਕਿ ਸਰ ਉੱਥੇ ਇਸ ਵੇਲੇ ਗੱਲਬਾਤ ਦਾ ਮਾਹੌਲ ਨਹੀਂ ਹੈ। ਇਸ ਵੇਲੇ ਅੱਛਾ, ਦੇਖੋ ਕਦੋਂ- ਤੁਸੀਂ ਕੌਣ ਅੱਤਵਾਦ ਨੂੰ ਜੁਆਇਨ ਕਰ ਰਿਹਾ ਤੇ ਕਿਹਦੇ ਨਾਲ ਗੱਲਬਾਤ ਸ਼ੁਰੂ ਕਰੀਏ? ਨਹੀਂ ਠੀਕ ਆ, ਇਸ ਵੇਲੇ ਗੱਲਬਾਤ ਦਾ ਮਾਹੌਲ ਨਹੀਂ ਤੇ ਗੱਲਬਾਤ ਦਾ ਮਾਹੌਲ ਕਦੋਂ ਬਣੇਗਾ? ਜਦੋਂ ਉੱਥੋਂ ਸਭ ਲੋਕ ਟਿਕਟਕਾ ਕੇ ਆਰਾਮ ਨਾਲ ਬਹਿ ਜਾਣਗੇ ਤੇ ਕਹਿਣਗੇ ਹੱਥ ਜੋੜ ਕੇ ਲਓ ਜੀ ਹੁਣ ਗੱਲਬਾਤ ਕਰ ਲਓ। ਉਹ ਮਾਹੌਲ ਟਾਈਮ ਨਹੀਂ ਆਏਗਾ। ਤੁਹਾਡੀ ਫੌਜ, ਤੁਹਾਡਾ ਦੇਖੋ, ਤੁਹਾਡਾ ਜਿਹੜਾ ਫੌਜ ਦਾ ਮੁਖੀ ਆ ਉਹ ਇਸ ਵੇਲੇ ਪਾਕਿਸਤਾਨ ਨਾਲ ਕੰਪੀਟ ਕਰ ਰਿਹਾ ਹੈ, ਡੇਲੀ ਕੰਪੀਟ ਕਰ ਰਿਹਾ ਹੈ। ਉਹਨੂੰ ਇਹ ਇਜਾਜ਼ਤ ਫੌਜ ਦਿੱਤੀ ਦਾ ਗਈ, ਮੁਖੀ ਪਾਕਿਸਤਾਨ ਨਾਲ ਕੰਪੀਟ ਕਰ ਪਾਕਿਸਤਾਨ ਨਾਲ ਕੰਪੀਟ ਕਰ ਰਿਹਾ, ਉੱਥੋਂ ਦੀ ਫੌਜ ਦੇ ਮੁਖੀ ਨਾਲ ਕੰਪੀਟ ਕਰ ਰਿਹਾ। ਉੱਥੋਂ ਦਾ ਫੌਜ ਦਾ ਮੁਖੀ ਤਾਂ ਬਚ ਬਚਾ ਕੇ ਬਾਜਵਾ ਸਾਹਿਬ ਗੱਲ ਕਰਦੇ ਆ ਵੀ ਹਿੰਦੁਸਤਾਨ ਨਾਲ ਗੱਲ ਕਰੋ। ਸਾਡਾ ਮੁਖੀ ਇਹ ਕਹਿੰਦਾ ਹੈ ਕਿ ਅਸੀਂ ਟੈਂਕ ਤੱਕ ਵਾੜ ਸਕਦੇ ਹਾਂ। ਤੁਸੀਂ ਵੇਖਿਆ ਕੀ ਹਾਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਵੀ ਤੁਸੀਂ ਅੱਜ ਨੌਜਵਾਨ ਵਿੱਚ ਆ ਰਹੇ ਨੇ, ਮਰ ਰਹੇ ਨੇ, ਗਿਣਤੀ ਪਿਛਲੇ 5 ਸਾਲਾਂ ਤੋਂ ਲਗਾਤਾਰ ਵੱਧ ਰਹੀ ਹੈ। ਵਿਪਨ ਭਾਵੀ ਸਰ, ਇੱਕ ਨੈਰੇਟਿਵ ਤਾਂ ਦੇਸ਼ ਦੇ ਵਿੱਚ ਬੜਾ ਸਟਰੋਂਗ ਨੈਸ਼ਨਲਿਸਟ ਹੈ ਜੀ। ਉਹਨਾਂ ਭਾਵਨਾਵਾਂ ਦਾ ਪ੍ਰਗਟਾਵਾ ਹਰ ਰੋਜ਼ ਹੁੰਦਾ ਰਹਿੰਦਾ, ਭਾਵੇਂ ਉਹ ਕਦੀ ਗਾਉਂ ਨੂੰ ਲੈ ਕੇ ਹੋਵੇ, ਭਾਵੇਂ ਕਿਸੇ ਦੂਸਰੇ ਸੂਬੇ ਦੇ ਵਿੱਚ ਕਸ਼ਮੀਰ ਦੇ ਕਿਸੇ ਬੱਚੇ ਨੂੰ ਕੁੱਟ ਦਿੱਤਾ ਜਾਵੇ ਜਾਂ ਕਿਸੇ ਜਗ੍ਹਾ ਤੇ ਕਿਸੇ ਘੱਟ ਗਿਣਤੀ ਦੇ ਬੰਦੇ ਨੂੰ ਕਿਹਾ ਜਾਵੇ ਕਿ ਤੂੰ ਇੱਥੇ ਆਪਣੀ ਪ੍ਰਾਰਥਨਾ ਨਹੀਂ ਕਰ ਸਕਦਾ, ਮੁਸਲਮਾਨ ਇੱਥੇ ਆਪਣੀ ਨਮਾਜ਼ ਨਹੀਂ ਅਦਾ ਕਰ ਸਕਦਾ। ਇਹ ਜਿਹੜਾ ਇੰਨਾ ਵੱਡਾ ਜਨ ਸਮੂਹ ਹੈ, ਇਸ ਕਿਸਮ ਦੀ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਕੋਈ ਵੀ ਇਹ ਅਫੋਰਡ ਨਹੀਂ ਕਰ ਸਕਦੀ ਪੋਲੀਟੀਕਲ ਪਾਰਟੀ ਕਿ ਜੀ ਸਾਡੇ ਜਿਹੜੇ ਨਾ ਨੱਕ ਮਾੜੀ ਜੀ ਕਿਤੇ ਝੁਕ ਜਾਵੇ, ਅਸੀਂ ਕਿਤੇ ਪਾਕਿਸਤਾਨ ਦੇ ਸਾਹਮਣੇ ਛੋਟੇ ਨਜ਼ਰ ਆ ਜਾਈਏ ਤੇ ਅਸੀਂ ਕਹੀਏ ਕਿ ਸਾਨੂੰ ਪਾਕਿਸਤਾਨ ਨਾਲ ਗੱਲ ਕਰਨੀ ਪਏਗੀ ਇਹਨੂੰ ਸੁਲਝਾਉਣ ਲਈ। ਜਿਹੜਾ ਅਸੀਂ ਤਾਂ ਮੂੰਹ ਤੋੜ ਜਵਾਬ ਦੇਣਾ, ਉਹ ਤੇ ਬਾਰਡਰ ਤੇ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਣਾ ਤੇ ਕੁਲਗਾਮ ਦੀਆਂ, ਅਨੰਤਨਾਗ ਦੀਆਂ ਗਲੀਆਂ ਵਿੱਚ ਅੱਤਵਾਦੀਆਂ ਦਾ ਮੂੰਹ ਤੋੜ ਜਵਾਬ ਦੇਣਾ। ਸੋ ਇਹ ਜਿਹੜਾ ਮੂੰਹ ਤੋੜ ਜਵਾਬ ਵਾਲਾ ਨੈਰੇਟਿਵ ਹੈ, ਇਹ ਕਿੰਨੀ ਦੂਰ ਤੱਕ ਜਾ ਰਿਹਾ ਹੈ ਤੇ ਪੋਲੀਟੀਕਲ ਕਾਸਟ ਕਿਵੇਂ ਕੈਲਕੂਲੇਟ ਕੀਤੀ ਜਾਵੇ ਇੰਨੀਆਂ ਮੌਤਾਂ ਦੀ? ਆਫਟਰ ਆਲ ਪੋਲੀਟੀਕਲ ਕਾਸਟ ਵੀ ਤਾਂ ਕੋਈ ਹੁੰਦੀ ਹੈ ਨਾ, ਜਿਹੜੀ ਕਸ਼ਮੀਰੀ ਦੇ ਰਹੇ ਨੇ, ਹਿੰਦੁਸਤਾਨ ਦੀ ਸਿਆਸਤ ਵੀ ਦੇ ਰਹੀ ਹੈ। ਬਿਲਕੁਲ ਬਿਲਕੁਲ। ਇਨਫੈਕਟ ਇਤਿਹਾਸ ਗਵਾਹ ਹੈ ਇਸ ਚੀਜ਼ ਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਜਿਹੜਾ ਹੈ ਉਹ ਹਥਿਆਰਾਂ ਦੇ ਨਾਲ ਜਾਂ ਵਾਰ ਦੇ ਨਾਲ, ਲੜਾਈ ਦੇ ਨਾਲ ਤਾਂ ਕਦੀ ਸੋਲਵ ਨਹੀਂ। ਨਹੀਂ, ਉਹ ਕਹਿਣਗੇ ਤੁਸੀਂ ਬੁਰਹਾਨ ਵਾਨੀ ਦੇ ਸਪਿਰਚੁਅਲ ਔਲਾਦ ਨੂੰ ਸਮਝਾਓ। ਬੁਰਹਾਨ ਸਵਾਮੀ ਦਾ ਨਾਮ ਹੀ ਦੇਖੋ, ਉਹਨਾਂ ਨੂੰ ਸਮਝਾਓ, ਇਹ ਗੱਲ ਤੁਸੀਂ 16 ਤੋਂ ਲੈ ਕੇ ਨਾ ਸਮਝਾਓ। 2016 ਤੋਂ ਲੈ ਕੇ ਜਿਹੜੇ ਹਾਲਾਤ ਖਰਾਬ ਹੋ ਰਹੇ ਹੈ, ਉਹਦੇ ਵਿੱਚ ਕੋਈ ਮਤਲਬ ਰੁਕਾਵਟ ਨਹੀਂ ਆ ਰਹੀ, ਬਲਕਿ ਜਿਹੜੇ ਫਿਗਰਸ ਹੈ ਉਹ ਐਸ਼ੋ ਕਰਦੇ ਹੈ ਕਿ ਹਾਲਾਤ ਲਗਾਤਾਰ ਖਰਾਬ ਵੱਧਦੇ ਜਾ ਰਹੇ ਨੇ। ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 2002 ਤੋਂ ਲੈ ਕੇ ਚੱਲਦਾ ਜਾ ਰਿਹਾ ਔਰ ਬੁਰਹਾਨ ਵਾਨੀ ਦਾ 2016 ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋਈ, ਮਤਲਬ ਇੰਨਾ ਜ਼ਿਆਦਾ ਅਨਪ੍ਰੈਸੀਡੈਂਟਡ ਜੀ। ਤੇ ਹੁਣ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਬਈ ਆਪਸ ਵਿੱਚ ਗੱਲ ਕਰਨੀ ਚਾਹੀਦੀ ਹੈ ਜਾਂ ਸੀਜ਼ ਫਾਇਰ ਦੀ ਗੱਲ ਹੋਣੀ ਚਾਹੀਦੀ ਹੈ, ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਕਿ ਕੁਝ ਪਾਰਟੀਆਂ, ਖਾਸ ਤੌਰ ਰੂਲਿੰਗ ਪਾਰਟੀ, ਉਹ ਅਪੋਜ਼ ਕਰ ਰਹੀ ਹੈ ਔਰ ਹਾਲੇ ਤੱਕ ਉਹਨਾਂ ਨੇ ਇਸ ਬਾਰੇ ਕੋਈ ਖਾਸ ਕਲੀਅਰ ਗੱਲ ਨਹੀਂ ਕੀਤੀ ਕਿ ਅਸੀਂ ਇਹ ਕਰਾਂਗੇ ਕਿ ਨਹੀਂ। ਅਜੇ ਉੱਥੇ ਆਲ ਪਾਰਟੀ ਮੀਟਿੰਗ ਸੀ, ਆਲ ਪਾਰਟੀ ਮੀਟਿੰਗ ਨੇ ਕਿਹਾ ਪੀਡੀਪੀ, ਨੈਸ਼ਨਲ ਕਾਨਫਰੰਸ, ਬੀਜੇਪੀ, ਸਾਰੇ ਲੋਕ ਹਾਜ਼ਰ ਸਨ। ਸਹੀ ਗਏ ਔਰ ਬੀਜੇਪੀ ਨੇ ਉਹਦੇ ਵਿੱਚ ਕਲੀਅਰ ਕਰਤੀ, ਡਿਪਟੀ ਚੀਫ ਮਿਨਿਸਟਰ ਉਹਨਾਂ ਦੇ ਨਵੇਂ ਨਾਲ ਪਹਿਲੇ ਸੀਗੇ ਜਦ ਮੀਟਿੰਗ ਦੇ ਟਾਈਮ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਵੀ ਨਾਲ, ਲੇਕਿਨ ਬਾਅਦ ਵਿੱਚ ਜਿੱਦਾਂ ਉਹਨਾਂ ਨੇ ਕੋਈ ਰਿਜ਼ਰਵੇਸ਼ਨ ਆਪਣੀ ਰੱਖੀ ਹੈ। ਹੁਣ ਮੈਂ ਮੋਦੀ ਸਾਹਿਬ ਜਾ ਰਹੇ ਉੱਥੇ 19 ਤਰੀਕ ਨੂੰ, ਦੇਖੋ ਜੇ ਕੋਈ ਲੈ ਕੇ ਆਉਂਦਾ ਹੈ। ਲੇਕਿਨ ਮੈਂ ਇਹਦੇ ਵਿੱਚ ਕੋਈ ਇਨਸਾਨੀਅਤ ਦੀ ਉੱਥੇ ਗੱਲ ਕਰਨ, ਜਿਵੇਂ ਵਾਜਪਾਈ ਸਾਹਿਬ ਨੇ ਕੀਤੀ ਸੀ, ਮੈਂ ਵਾਜਪਾਈ ਸਾਹਿਬ ਦੀ ਗੱਲ ਕਰਨ ਜਾ ਰਿਹਾ ਹਾਂ ਕਿ ਜਦੋਂ 2000 ਦੇ ਵਿੱਚ ਕਾਰਗਿਲ ਤੋਂ ਬਾਅਦ ਉੱਥੇ ਗਏ ਕਸ਼ਮੀਰ ਔਰ ਸਿਮਿਲਰਲੀ ਸਰਕਮਸਟੈਂਸਸ ਗਏ ਔਰ ਸੀਜ਼ ਫਾਇਰ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਤੇ ਜਦੋਂ ਹੈਲੀਕਾਪਟਰ ਤੇ ਆਪਣੇ ਚੜਨ ਲੱਗੇ ਉੱਥੋਂ ਸ਼੍ਰੀਨਗਰ ਤੋਂ ਹਵਾਈ ਜਹਾਜ਼ ਤੇ ਤਾਂ ਕੁਝ ਅਖਬਾਰ ਵਾਲਿਆਂ ਨੇ ਉਹਨਾਂ ਕੋਲ ਪੁੱਛਿਆ, ਜੋ ਅੱਜ ਤੱਕ ਕਿਸੇ ਅਖਬਾਰ ਵਾਲਿਆਂ ਨੂੰ ਕੋਈ ਚਾਂਸ ਨਹੀਂ ਦਿੱਤਾ ਮੋਦੀ ਸਾਹਿਬ ਨੇ ਪੁੱਛਣ ਦਾ 4.5 ਸਾਲ ਦੇ ਵਿੱਚ। ਲੇਕਿਨ ਉਹਨਾਂ ਨੇ ਉੱਥੇ 에ਅਰਪੋਰਟ ਤੇ ਉਹਨਾਂ ਨੇ ਕਿਹਾ ਕਿ ਹਾਂ ਜੀ ਪੁੱਛੋ ਮੈਨੂੰ। ਤੇ ਇੱਕ ਉੱਥੇ ਇੱਕ ਪੱਤਰਕਾਰ ਸੀ, ਉਹਨੇ ਪੁੱਛ ਲਿਆ ਕਿ ਜਿਹੜਾ ਗੱਲਬਾਤ ਹੋਏਗੀ ਇਹ ਕਿਸ ਦਾਇਰੇ ਦੇ ਵਿੱਚ ਹੋਏਗੀ? ਇਹ ਦਾਇਰਾ ਇੰਡੀਆ ਦੇ ਕਨਸਟੀਟਿਊਸ਼ਨ ਦਾ ਹੋਏਗਾ ਜਾਂ ਪਾਕਿਸਤਾਨ ਹੋਏਗਾ, ਸ਼੍ਰੀਨਗਰ ਹੋਏਗਾ? ਤਾਂ ਉਹਨਾਂ ਨੇ ਕਿਹਾ ਜਿਹੜਾ ਦਾਇਰਾ ਹੋਏਗਾ ਉਹ ਇਨਸਾਨੀਅਤ ਦਾ ਦਾਇਰਾ, ਇਨਸਾਨੀਅਤ ਦਾ ਦਾਇਰਾ ਹੋਏਗਾ। ਉੱਚੇ ਉੱਠ ਕੇ ਗੱਲ, ਵੱਡੀ ਗੱਲ ਉਹਨਾਂ ਨੇ ਕਹਿ ਦਿੱਤੀ। ਔਰ ਅੱਜ ਕੱਲ੍ਹ ਹੈ ਕਿ ਤੁਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੋ। ਹੁਣ ਇਹ ਤਾਂ ਦੋ ਪਰਸਪਰ ਵਿਰੋਧੀ ਨੈਰੇਟਿਵ ਨੇ ਨਾ। ਇੱਕ ਪਾਸੇ ਡਾਕਟਰ ਅਸ਼ਤੋਸ਼ ਕੁਮਾਰ, ਕਸ਼ਮੀਰ ਦੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸੀਜ਼ ਫਾਇਰ ਦੀ ਡਿਮਾਂਡ ਕਰ ਰਹੀਆਂ ਨੇ ਤੇ ਉਹ ਕਲੈਕਟਿਵ ਜਿਹੀ ਡਿਮਾਂਡ ਸੀ। ਬੀਜੇਪੀ ਦੀ ਸੀਜ਼ ਫਾਇਰ ਦੀ ਵਿਰੋਧਤਾ ਵੀ ਨਾਪੀ ਤੁਲੀ ਹੈ, ਕਿਉਂਕਿ ਕਸ਼ਮੀਰ ਤੇ ਈਵਨ ਜੰਮੂ ਦੇ ਲੋਕਾਂ ਦੀ ਵੀ ਕਿਸੇ ਹੱਦ ਤੱਕ ਇਹ ਵੀ ਤਾਂ ਇੱਛਾ ਨਾ ਕਿ ਇਹ ਗੋਲੀਬਾਰੀ ਤਾਂ ਰੋਜ਼ ਦੀ ਬੰਦ ਹੋਵੇ। ਪਰ ਇਹ ਜਿਹੜੀ ਡੋਮੈਸਟਿਕ ਪੋਲਿਟਿਕਸ ਹੈ ਇਹ ਕਦੀ ਸਹਿੰਦੀ ਨਹੀਂ ਕਿ ਕਿਸੇ ਪੋਲੀਟੀਕਲ ਪਾਰਟੀ, ਕੋਈ ਪੋਲੀਟੀਕਲ ਪਾਰਟੀ ਉਹਨੂੰ ਇਗਨੋਰ ਕਰ ਦੇਵੇ। ਇਸ ਟਾਈਮ ਦੇਸ਼ ਦੇ ਵਿੱਚ ਉਸ ਡੋਮੈਸਟਿਕ ਪੋਲਿਟਿਕਸ ਨੂੰ ਜਿਹੜੀ ਹਾਰਡ ਨੋਜ਼ਡ ਹੁੰਦੀ ਹੈ, ਜਿਹਦੇ 'ਚ ਮੂੰਹ ਤੋੜ ਜਵਾਬ ਦੇਣੇ ਹੁੰਦੇ ਨੇ, ਉਹਦੇ ਨਾਲ ਤੁਹਾਨੂੰ ਪਤਾ ਹੈ ਵੀ ਵੋਟਾਂ ਵੀ ਮਿਲਦੀਆਂ ਨੇ। ਇਸ ਕਿਸਮ ਦਾ ਇੱਕ ਨੈਸ਼ਨਲਿਸਟ ਫਰਵਰ ਵੀ ਹੈ।
ਇਹਦੇ ਵਿੱਚ ਪੋਲੀਟੀਕਲ ਕਾਸਟ ਮੈਂ ਪੁੱਛਿਆ ਸੀ ਕਿ ਕਿਵੇਂ ਕੈਲਕੂਲੇਟ ਕੀਤੀ ਜਾਏਗੀ ਕਿ ਜਿਹੜੀ ਵਾਇਲੈਂਸ ਅਸੀਂ ਕਰਦੇ ਹਾਂ ਉੱਥੇ, ਕਿਉਂਕਿ ਇਹ ਸਾਡੀ ਤੇ ਲੀਗਲੀ ਸੈਂਕਸ਼ਨਡ ਵਾਇਲੈਂਸ ਹੈ। ਜੇ ਉਧਰੋਂ ਕੋਈ ਬੰਦੂਕਾਂ ਲੈ ਕੇ ਆਏਗਾ ਤੇ ਪਾਕਿਸਤਾਨ ਬੰਦੇ ਭੇਜੇਗਾ ਜਾਂ ਸਾਡੇ ਹੀ ਬੱਚੇ ਉੱਧਰ ਜਾ ਕੇ ਬੰਦੂਕਾਂ ਚੁੱਕ ਲੈਣਗੇ ਤੇ ਸਟੇਟ ਵੱਲੋਂ ਤਾਂ ਵਾਇਲੈਂਸ ਹੋਏਗੀ ਨਾ ਜੀ। ਤੁਸੀਂ ਇਹ ਤਾਂ ਨਹੀਂ ਕਿ ਆਰਮੀ ਤੇ ਪੱਥਰ ਚਲਾਓ ਤੇ ਜਵਾਬ ਨਹੀਂ ਆਏਗਾ, ਆਰਮੀ ਤੇ ਗੋਲੀ ਚਲਾਓ ਤੇ ਜਵਾਬ ਨਹੀਂ ਆਏਗਾ। ਉਸ ਨੈਰੇਟਿਵ ਨਾਲ ਕਿਵੇਂ ਕੰਟੈਂਟ ਕਰੇ ਕੋਈ ਪੋਲੀਟੀਕਲ ਪਾਰਟੀ? अब देखो ਗੱਲਬਾਤ ਕਰਨੀ ਸ਼ੁਰੂ ਕਰ ਦੇਵੇ ਕਿ ਜੀ ਅਸੀਂ ਬੰਦ ਕਰ ਦਿੰਦੇ ਹਾਂ ਗੋਲੀ, ਤੁਸੀਂ ਗੱਲਬਾਤ ਕਰੋ। नहीं, जैसा कहा इन लोगों ने, हमारे गोविंद ठुकराल जी ने, कि बातचीत तो मतलब एक हल है ना। तो हर एक आर्मी कमांडर भी बोलता रहा है कि पॉलिटिकल सॉल्यूशन देखना होगा। दिस इज अ प्रॉब्लम विच कैन बी सॉल्व बाय द हैज टू बी सॉल्व बाय द। हाँ, ये तो हमेशा रहा है पहली चीज। दूसरी चीज की अगर आप कहते हो सियासी इससे क्या फायदा होने वाला है, तो मुझे नहीं लगता कि किसी भी पार्टी को, मैं कोई नाम नहीं लेना चाहता, ये कश्मीर में जो अभी तशद्दुद चल रही है और जो हालात खराब होते जा रहे हैं, बद से बदतर हो रहे हैं, इसका कोई 2019 में कोई पार्टी फायदा उठा पाएगी? देखो अभी सभी पूरे देश में, हिंदुस्तान में ये मामला चल रहा है कि ये जो टिट फॉर टैट वाली जो पॉलिटिक्स है ना, कि आप जो वायलेंस यू रिप्लाई विद काउंटर वायलेंस एंड एग्जैजरेटेड काउंटर वायलेंस, ये तो अभी ये बैकफायर कर रहा है ना। तो इसलिए ये अभी इसका सियासी कोई गेन कोई पार्टी नहीं ले पाएगी। अगर कोई पार्टी सोच रही है, आई वांट राशिद जी, मान लो एक फोटोग्राफ आंदी है सामने कश्मीर दे विच कि ये बुरहान वानी है, देखो सेब दे बागां दे विच 11 होर नाल अपने यार खड़े करके बंदूकां दे नाल ये कश्मीर दी आज़ादी लई लड़ रहे ने। ਹੁਣ ਇੱਕ ਫੋਟੋ ਮੈਂ ਪਬਲਿਸ਼ ਕਰਾਂਗਾ ਕਿ ਇਹ ਬੁਰਹਾਨ ਵਾਨੀ ਹੈ, ਇਹ ਇਹਦੇ ਨਾਲ ABCD ਹੈ ਤੇ ਇੱਕ ਇੱਕ ਕਰਕੇ ਅਸੀਂ ਸਾਰੇ ਗਿਰਾ ਦਿੱਤੇ ਨੇ, ਸਾਰੇ ਮਾਰ ਦਿੱਤੇ ਨੇ। ਅੱਜ ਸਾਰੇ ਜ਼ਮੀਨ ਦੇ ਥੱਲੇ 6 ਫੁੱਟ ਦੱਬੇ ਹੋਏ ਨੇ। ਆਖਰੀ ਜਿਹੜਾ ਉਹ ਇਸੇ ਮਹੀਨੇ ਦੇ ਵਿੱਚ ਮਾਰ ਦਿੱਤਾ ਗਿਆ। ਅੱਛਾ, ਇੱਕ ਪੈਡਰ ਨੂੰ ਇਹਦੇ ਨਾਲ ਕੀ ਹੁੰਦਾ? 3500 ਇਹਦੇ ਨਾਲ 1987 ਤੋਂ ਸਿਆਸੀ ਤੌਰ ਤੇ ਵਿਕਦੀ ਤਸਵੀਰ 40 ਸਾਲ ਹੋ ਗਏ। 1987 ਤੋਂ ਲੈ ਕੇ ਗਨ ਜਦੋਂ ਤੋਂ ਚੱਲੀ ਹੈ। ਪਹਿਲਾਂ ਤਾਂ 47 ਦੀ ਬੈਕਗ੍ਰਾਉਂਡ 'ਚ ਜਾਣਾ ਪਏਗਾ ਕਸ਼ਮੀਰ ਬਾਰੇ। ਕਸ਼ਮੀਰ ਨੂੰ 370 ਦਿੱਤੀ ਕਿਉਂ? ਕਿਉਂਕਿ ਇੱਕ ਸਪੈਸ਼ਲ ਪ੍ਰੋਬਲਮ ਸੀ, ਵਿਸ਼ੇਸ਼ ਸਮੱਸਿਆ ਸੀ। ਅਸੀਂ ਹੁਣ ਉਹਨੂੰ ਵਿਸ਼ੇਸ਼ ਸਮੱਸਿਆ ਨਹੀਂ ਸਮਝਦੇ। ਤੂੰ ਸਾਡੇ ਵਰਗਾ ਹੀ ਇੱਕ ਹੈ, ਦੂਜਿਆਂ ਵਰਗਾ, ਤੈਨੂੰ ਉੱਥੇ ਹੀ ਲਿਆਵਾਂਗੇ ਮੋੜ ਕੇ, ਪੁੱਠਾ ਗੇੜਾ ਦੇਾਂਗੇ ਜਿਹੜਾ ਕੋਈ ਸਿਸਟਮ ਚੱਲ ਰਿਹਾ। ਨੈਸ਼ਨਲਿਸਟ ਸਰਕਾਰ, ਨੈਸ਼ਨਲਿਸਟ, ਜੇ ਇਹੀ ਨੈਸ਼ਨਲਿਜ਼ਮ ਹੈ ਜਿਹੜਾ ਨੇਸ਼ਨ ਦਾ ਪੱਠਾ ਬਿਠਾ ਕੇ ਤੇ ਨੈਸ਼ਨਲਿਜ਼ਮ ਕਰਨਾ ਚਾਹੁੰਦਾ, ਫਿਰ ਤਾਂ ਇੱਕ ਅਲੱਗ ਸਵਾਲ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਪੋਲੀਟੀਕਲ ਕਾਸਟ ਹੈ, ਦੁਨੀਆ ਪੱਧਰ ਤੇ ਭਾਰਤ ਇਸ ਦਾ ਵੀ ਮੈਂਬਰ ਹੈ, UNO ਦਾ ਮੈਂਬਰ ਹੈ, ਬੜੇ ਲੰਮੇ ਸਮੇਂ ਤੋਂ ਮੈਂਬਰ ਹੈ। ਉਹਨੇ ਇੱਕ ਹਿਊਮਨ ਰਾਈਟਸ ਦਾ ਡੈਕਲੇਰੇਸ਼ਨ ਵੀ ਅਸੀਂ ਸਾਈਨ ਕੀਤਾ ਹੋਇਆ ਦੁਨੀਆ ਪੱਧਰ ਤੇ। ਦੁਨੀਆ 'ਚ ਤਾਂ ਬਦਨਾਮੀ ਦਿਖਾਈ ਦਿੰਦੀ ਹੈ ਨਾ ਜਦੋਂ ਪ੍ਰਧਾਨ ਮੰਤਰੀ ਭਾਰਤ ਦਾ ਬਾਹਰ ਜਾਂਦਾ ਹੈ, ਤਾਂ ਉੱਥੇ ਕਹਿ ਕੇ ਕਾਸਟ ਤੇ ਵੀ ਉੱਥੇ ਜਾ ਕੇ ਬੋਲਦਾ ਥੋੜਾ ਬਹੁਤ। ਪੜਾਓ ਨਾ ਔਰ ਬਾਕੀਆਂ ਤੇ ਵੀ ਉਹਨਾਂ ਨੂੰ ਪੜਾਓ ਨਾ, ਜਿਹੜੇ ਬੰਦੂਕ ਲੈ ਕੇ ਨਿਕਲਦੇ ਨੇ ਨਾ, ਉਹਨਾਂ ਨੂੰ ਪੜਾਉਣ ਦਾ ਸਵਾਲ ਨਹੀਂ ਹੈ। 8 ਲੱਖ ਮਿਲਟਰੀ ਹੈ ਲਗਭਗ ਕਸ਼ਮੀਰ ਦੇ ਵਿੱਚ, ਠੀਕ ਹੈ। 13,65,000 ਟੋਟਲ ਗਿਣਤੀ ਹੈ ਸਾਡੀ ਟੋਟਲ ਮਿਲਟਰੀ ਦੀ। ਅਸੀਂ ਇੱਕ ਜਿਵੇਂ ਬਾਕੀ ਦੇਸ਼ ਨਾਲ ਜੰਗ ਲੜ ਰਹੇ ਹੋ ਨਾ, ਕਿਤੇ ਸ਼ਾਇਦ ਇੰਨੀ ਮਿਲਟਰੀ ਉੱਥੇ ਵੀ ਨਹੀਂ ਚੌਕੀ ਹੁੰਦੀ। ਔਰ ਜਦੋਂ ਅਸੀਂ ਇੱਕ ਨੂੰ ਆਈਂ ਦਵਾ 8 ਲੱਖ ਦਾ ਮਤਲਬ ਹੈ ਕਿ ਹਰ ਘਰ 'ਚ ਇੱਕ ਮਿਲਟਰੀ ਮੈਨ ਬਿਠਾ ਕੇ ਤੁਸੀਂ ਉਹਨਾਂ ਦੀ ਆਵਾਜ਼ ਚੁੱਪ ਕਰਾ ਕੇ ਨਹੀਂ ਨਾ ਕਰ ਸਕਦੇ। 5 ਪੀੜ੍ਹੀਆਂ ਬਾਹਰ ਆ ਗਈਆਂ 40 ਸਾਲਾਂ ਦੇ ਵਿੱਚ, 11 12 ਸਾਲ ਦੇ ਬੱਚੇ, ਜਦੋਂ ਉਹਨਾਂ ਦਾ ਮਾਈਂਡ ਤੁਸੀਂ ਇੱਥੇ ਲੈ ਆਓਗੇ, ਬੇਡਰਤਾ ਉਹਨਾਂ ਦੇ ਦਿਮਾਗ ਦੇ ਵਿੱਚ ਆ ਜਾਏਗੀ ਕਿ ਮਾਰ ਲਓ ਜਿੰਨੇ ਮਾਰਦੇ ਹੋ, ਅਸੀਂ ਫਿਰ ਵੀ ਆ ਰਹੇ ਹਾਂ। ਜਦੋਂ ਕੋਈ ਬੰਦੇ ਜਿਹਨੂੰ ਤੁਸੀਂ ਡੀਲ ਇਸ ਤਰ੍ਹਾਂ ਕਰਨਾ, ਬੰਦੂਕਾਂ ਲਈ ਫਿਰ ਬਿਲਕੁਲ, ਜੇ ਤੁਸੀਂ ਬੰਦੂਕਾਂ ਚਕਾਓਗੇ ਇੱਕ ਪਰਿਵਾਰ ਦੇ ਵਿੱਚ, ਤੁਸੀਂ ਆਪਣੇ ਜਵਾਕ ਨੂੰ ਹਮੇਸ਼ਾ ਹੀ ਉਹਦੀ ਕੋਈ ਗੱਲ ਸੁਣੋ ਨਾ, ਗੱਲ ਨਾ ਕਰੋ, ਤੇ ਉਹ ਕੀ ਹੋ ਜਾਂਦਾ? ਬਾਗੀ ਹੋ ਜਾਂਦਾ, ਔਰ ਬਾਗੀ ਹੋ ਕੇ ਭੱਜਦਾ ਪਰਿਵਾਰ ਚੋਂ। ਹਿਊਮਨ ਸਾਈਕੀ ਹੈ ਇਹ। ਤੁਸੀਂ ਉਹਨੂੰ ਨੇੜੇ ਲਾਓਗੇ, ਤੁਸੀਂ ਉਹਦੇ ਨਾਲ ਗੱਲ ਕਰੋਗੇ ਕਿ ਹਾਂ ਦੱਸੋ ਕੀ ਪ੍ਰੋਬਲਮ ਹੈ। ਜੇ ਉਹਦੀ ਗੱਲ ਨਹੀਂ ਮੰਨਣ ਯੋਗ ਹੋਏਗੀ ਤਾਂ ਉਦੋਂ ਬਾਅਦ ਤੁਸੀਂ ਕਹੋਗੇ ਕਿ ਇਹ ਗੱਲ ਨਹੀਂ ਮੰਨਣ ਯੋਗ, ਔਰ ਬਾਕੀ ਲੋਕਾਂ ਨੂੰ ਤੁਸੀਂ ਬਿਠਾਓਗੇ। ਔਰ ਇਦੋਂ ਪਹਿਲਾਂ ਵੀ ਸਾਡੇ ਦੇਸ਼ ਦੇ ਵਿੱਚ ਤੁਸੀਂ ਨਾਗਿਆਂ ਨਾਲ ਗੱਲ ਕੀਤੀ, ਤੁਸੀਂ ਰਜੀਵ ਲੌਂਗੋਵਾਲ ਅਕਾਰਡ ਕੀਤਾ, ਤੁਸੀਂ ਜਿੰਨੇ ਵੀ ਅਕਾਰਡ ਕੀਤੇ ਇਦੋਂ ਪਹਿਲਾਂ ਮਾਰ ਕੇ ਉਦੋਂ ਬਾਅਦ ਕਿਵੇਂ ਕੀਤਾ? ਸਾਰਿਆਂ ਨਾਲ ਹੀ ਕਰ ਰਿਹਾ ਸੀ। ਇਹ ਜਿਹੜਾ PDP ਤੇ BJP ਦੀ ਆਪਸ ਵਿੱਚ ਰਲ ਕੇ ਸਰਕਾਰ ਬਣੀ ਸੀ, ਇਹ ਵੀ ਇਹ ਗੱਲ ਥੋੜੀ ਹੈ ਰਿਸਪੌਂਸ ਸੀ। ਇਹ ਜਿਹੜੀ ਤੇ ਲੜ ਰਹੀ ਹੈ ਉਹਦੇ ਨਾਲ ਤਾਂ ਗੱਲ ਹੀ ਨਹੀਂ ਹੈ। ਮੈਂ ਹਮੀਰ ਜੀ ਉਹਦੇ ਨਾਲ ਗੱਲ ਥੋੜੀ ਹੈ। ਮੈਂ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਔਰ ਇਸ ਗੱਲ ਨੂੰ ਲੈ ਕੇ ਜਿਹੜਾ ਇਹਨਾਂ ਜ਼ਿਕਰ ਕੀਤਾ ਜੀ। ਜਦੋਂ ਤੁਸੀਂ ਕਹਿੰਦੇ ਹੋ ਪੋਲੀਟੀਕਲ ਕਾਸਟ, ਹਾਂ, ਇਹ ਪੋਲੀਟੀਕਲ ਕਾਸਟ ਦਾ ਕੀ ਡੈਫੀਨੇਸ਼ਨ ਹੈ ਤੁਹਾਡਾ? ਵਿਲ ਕਮ ਬੈਕ ਟੂ ਦੈਟ ਕਿ ਪੋਲੀਟੀਕਲ ਕਾਸਟ ਅਸੀਂ ਕਿਸ ਨੂੰ ਕਹਿਣਾ, ਕੌਣ ਕਿਹੜੀ ਕਾਸਟ ਪੇ ਕਰ ਰਿਹਾ, ਤੇ ਪਾਕਿਸਤਾਨ ਦੇ ਉੱਤੇ ਅਸੀਂ ਇਹ ਕਾਸਟ ਕਿੱਦਾਂ ਇੰਪੋਜ਼ ਕਰ ਰਿਹਾ ਜਿਹਨੂੰ ਅਸੀਂ ਮੇਜਰ ਵਿਲਨ ਸਮਝਦੇ ਹਾਂ। ਤੇ ਖਾਸ ਤੌਰ ਤੇ ਉਹ ਜਿਹੜੇ ਬੱਚੇ ਬੇਡਰ ਹੋ ਕੇ ਗਲੀਆਂ ਦੇ ਵਿੱਚ ਨਿਕਲ ਆਉਂਦੇ ਨੇ, ਤੇ ਇੱਕ ਨਵੀਂ ਪੀੜ੍ਹੀ ਜਿਹੜੀ ਹੈ ਉਹ ਇਨਗਰਾਊਂਡ ਸਾਡਾ ਜਿਹੜਾ ਹੋਮ ਗਰਾਊਂਡ ਅੱਤਵਾਦੀ ਜਾ ਕੇ ਜੁਆਇਨ ਕਰ ਰਿਹਾ, ਉਹਦੇ ਨਾਲ ਕਿਵੇਂ ਕੰਟੈਂਟ ਕਰਾਂਗੇ ਇਸ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਕਿਵੇਂ ਡੀਲ ਕਰੇ ਉਸ ਵੇਲੇ ਜਿਸ ਵੇਲੇ ਕਸ਼ਮੀਰ ਦੀਆਂ ਗਲੀਆਂ ਵਿੱਚ ਮੌਤ ਪਈ ਸ਼ੂਕਦੀ ਹੈ। ਹਰ ਰੋਜ਼ ਫੌਜ ਤੇ ਉਹਨਾਂ ਨੌਜਵਾਨ ਬੱਚਿਆਂ ਦੇ ਵਿਚਕਾਰ ਮੁਕਾਬਲਾ ਹੋ ਰਿਹਾ ਹੈ ਤੇ ਬੱਚੇ ਕਾਹਦੇ ਨੇ ਜੀ ਜੇ ਹੱਥ ਵਿੱਚ ਬੰਦੂਕ ਹੈ ਤੇ ਅੱਤਵਾਦੀ ਹੈ। ਤੇ ਗੋਬਿੰਦ ਠੁਕਰਾਲ ਜੀ, ਜਿਨ੍ਹਾਂ ਅੱਤਵਾਦੀਆਂ ਦੇ ਹੱਥਾਂ ਵਿੱਚ ਬੰਦੂਕਾਂ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਨਾਲ ਡਿਗਰੀਆਂ ਜਿਹੜੀਆਂ ਉਹਨਾਂ ਦੇ ਨਾਵਾਂ ਦੇ ਨਾਲ ਛਪ ਰਹੀਆਂ ਨੇ। ਇਹ ਅੱਜ ਐਤਵਾਰ ਦੀ ਟ੍ਰਿਬਿਊਨ ਹੈ ਤੇ ਤੁਸੀਂ ਸਵੇਰੇ ਦੇਖੀ ਹੋਣੀ ਹੈ। ਇਹ ਇੱਕ ਇੱਕ ਕਰਕੇ ਨਾਮ ਨੇ ਮੇਰੇ ਕੋਲ। ਐਤਮਾਦ ਅਹਿਮਦ MA MPhil, ਅੱਛਾ ਨੈਟ ਕਲੀਅਰ ਮਾਸਟਰਸ ਇਨ ਉਰਦੂ, ਪੜ੍ਹੇ ਲਿਖੇ ਨੌਜਵਾਨ ਨੇ। ਜੁਨੈਦ ਅਹਿਮਦ ਖਾਨ 26 ਸਾਲ MBA ਯੂਨੀਵਰਸਿਟੀ ਆਫ ਕਸ਼ਮੀਰ ਤੇ ਅੱਛਾ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਤਹਿਰੀਕੇ ਹੁਰੀਅਤ ਦੇ ਜਿਹੜੇ ਨਵੇਂ ਚੀਫ ਨੇ ਉਹ ਨੇ। ਉਹਨਾਂ ਦਾ ਜਿਹੜਾ ਬੇਟਾ, ਅਸੀਂ ਤਾਂ ਕਹਿੰਦੇ ਪੋਲੀਟੀਸ਼ੀਅਨ ਦਾ ਬੇਟਾ ਜਿਹੜਾ ਹੈ ਉਹ ਲੋਕਾਂ ਦੀ ਪੋਲਿਟਿਕਸ ਨਹੀਂ ਕਰਦਾ, ਉਹ ਤਾਂ ਬੰਦੂਕ ਲੈ ਕੇ ਨਾਲ ਹੈ ਤਾਂ ਮਾਰਿਆ ਜਾ ਰਿਹਾ। ਮਨਨ ਵਾਨੀ MA MPhil ਤੇ PhD ਕਰ ਰਿਹਾ ਐਪਲਾਈਡ ਜਿਓਲੋਜੀ ਦੇ ਵਿੱਚ ਤੇ ਹੱਥ ਵਿੱਚ ਬੰਦੂਕ ਹੈ। ਇਹ ਜਿਹੜੀ ਪੀੜ੍ਹੀ ਜੁਆਇਨ ਕਰ ਰਹੀ ਹੈ ਤੁਹਾਨੂੰ ਇਹ ਡਰਾਂਦੀ ਕਿ ਨਹੀਂ? 2012 ਤੋਂ ਲੈ ਕੇ ਦੀ ਫਿਗਰਸ ਨੇ ਇਹ ਚਿਦੰਬਰਮ ਦੇ ਆਰਟੀਕਲਸ ਦੇ ਵਿੱਚ ਜਿਹੜੀਆਂ ਇੰਡੀਅਨ ਐਕਸਪ੍ਰੈਸ ਵਿੱਚ ਛਾਪੀਆਂ ਨੇ। ਜੀ ਰੋਜ਼ਾਨਾ ਵੱਧ ਰਿਹਾ ਹੈ, ਬਿਲਕੁਲ ਵੱਧ ਰਿਹਾ ਹੈ। ਮੈਂ ਨਾ ਤੁਹਾਨੂੰ ਥੋੜੀ ਹਿਸਟਰੀ ਚ ਜਾਣਾ ਚਾਹੁੰਦਾ ਜੀ। ਬਈ 47-48 ਚ ਮੁਜਾਹਿਦੀਨ ਵਗੈਰਾ ਆਏ, ਸਾਡੀ ਲੜਾਈ ਹੋਈ ਜਿਹਨੂੰ ਪ੍ਰਾਈਮ ਮਿਨਿਸਟਰ ਨੇ ਕਈ ਪੁੱਠੇ ਢੰਗ ਨਾਲ ਵੀ ਪੇਸ਼ ਕਰ ਲਿਆ। ਉਹਦੇ ਵਿੱਚੋਂ ਤੁਹਾਡਾ ਆਰਟੀਕਲ 370 ਨਿਕਲ ਕੇ ਆਇਆ ਤੇ ਜੰਮੂ ਕਸ਼ਮੀਰ ਨੇ ਹਿੰਦੁਸਤਾਨ ਦੀ ਯੂਨੀਅਨ ਜੁਆਇਨ ਕਰ ਲਈ ਜੀ। ਠੀਕ ਹੈ, ਤੁਹਾਡਾ ਹਿੱਸਾ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕਿਸ ਕਿਸਮ ਦੇ ਐਕਸਪੈਰੀਮੈਂਟ ਕੀਤੇ ਕਿ ਇੱਕ ਸ਼ੇਖ ਅਬਦੁੱਲਾ ਨਾਂ ਦਾ ਬੰਦਾ ਜਿਹੜਾ ਤੁਹਾਡੇ ਨਾਲ ਤੁਰਿਆ ਸੀਗਾ ਉਹਨੂੰ ਤੁਸੀਂ ਨਜ਼ਰਬੰਦ ਕਰ ਦਿੱਤਾ। ਉਹ ਸ਼ੇਖ ਅਬਦੁੱਲਾ ਨਾਲ ਸਮਝੌਤਾ ਕਰਕੇ ਉਹਨੂੰ ਉੱਥੋਂ ਦਾ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਉਸ ਤੋਂ ਬਾਅਦ ਦੇਖੋ ਇਹ ਕਿਸ ਕਿਸਮ ਦਾ ਅਪਰਚੂਨਿਜ਼ਮ ਹੈ ਕਿ PDP ਦੇ ਖਿਲਾਫ ਤੁਸੀਂ ਲੜੋ ਇਲੈਕਸ਼ਨ ਜੰਮੂ ਕਸ਼ਮੀਰ ਦੇ ਵਿੱਚ, BJP ਲੜੇ, PDP ਇਹਨਾਂ ਦੇ ਖਿਲਾਫ ਲੜੇ, ਇਲੈਕਸ਼ਨ ਖਤਮ ਹੁੰਦਿਆਂ ਸਾਰ ਹੀ ਸਮਝੌਤਾ ਹੋ ਜਾਏ। PDP ਕਹਿ ਰਹੀ ਹੈ ਰਮਜ਼ਾਨ ਦੇ ਮਹੀਨੇ ਦੇ ਸੀਜ਼ਫਾਇਰ ਕਰ ਦਿਓ, ਤੁਸੀਂ ਕਹਿ ਰਹੇ ਸੁਣੋ ਨਾ, ਨਹੀਂ ਪਰ ਉਹਦੇ ਨਾਲ ਉਸ ਅਪਰਚੂਨਿਜ਼ਮ 'ਚ ਉਹ 'ਚ ਤੁਹਾਡਾ ਦਿਵਾਲਾ ਵੀ ਤਾਂ ਨਿਕਲਦਾ ਨਾ। ਮੈਂ ਕਹਿ ਰਿਹਾ ਵੀ ਹਿੰਦੁਸਤਾਨ ਦੀ ਪੋਲਿਟਿਕਸ ਦਾ ਸਟੇਟਸਮੈਨਸ਼ਿਪ ਦਾ ਇੱਕ ਬੈਂਕਰਪਸੀ ਨਿਕਲ ਹੋ ਚੁੱਕੀ ਹੈ। ਇਹਨੂੰ ਸੋਚਦਾ ਹੀ ਕੁਝ ਨਹੀਂ ਇੱਕ ਹੀ ਹੋ ਗਈ। ਅੱਜ ਅਸੀਂ ਜਨਰਲ ਰਾਵਤ ਨੂੰ ਕਿਉਂ ਬੋਲਣ ਦੇ ਰਹੇ ਹਾਂ? ਕਿਉਂਕਿ ਹੋਰ ਕੋਈ ਬੋਲਣ ਨਾ ਰਹੇ ਹੀ ਨਹੀਂ, ਕੋਈ ਗੱਲ ਕਰਨ ਵਾਲਾ ਨਹੀਂ। ਰਾਮ ਮਾਧਵ ਤੁਹਾਡਾ ਕੀ ਆ? ਫੋਰਨ ਅਫੇਅਰਸ ਦਾ ਇੰਚਾਰਜ ਆ ਤੇ ਜੰਮੂ ਕਸ਼ਮੀਰ ਫੋਰਨ ਅਫੇਅਰਸ ਨਹੀਂ। ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ, ਇਹ ਜਨਰਲ ਰਾਵਤ ਦੀ ਐਗਜ਼ੈਕਟ ਕੋਟ ਹੈ। ਉਹ ਕਹਿੰਦੇ ਨੇ ਨੌਜਵਾਨ ਲੋਕ ਜਿਹੜੇ ਨੇ ਉਹ IS ਦੇ ਝੰਡਿਆਂ ਨੂੰ ਦੇਖ ਕੇ ਐਕਸਾਈਟ ਹੋ ਰਹੇ ਨੇ। ਤੁਹਾਨੂੰ ਪਤਾ ਇਹਦਾ ਕੀ ਮਤਲਬ ਹੈ? ਕੀ ਤੁਸੀਂ ਕਸ਼ਮੀਰ ਦੇ ਵਿੱਚ ਤਾਲਿਬਾਨੀ ਨਿਜ਼ਾਮ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਕਸ਼ਮੀਰ ਇਸ ਕਿਸਮ ਦਾ ਸਮਾਜ ਬਣ ਜਾਵੇ? ਕੀ ਤੁਸੀਂ ਇਹੋ ਜਿਹੇ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ? ਹੁਣ ਮੈਨੂੰ ਤੁਸੀਂ ਇਹ ਦੱਸੋ, ਤਾਲਿਬਾਨੀ ਸਮਾਜ ਤਾਂ ਕਿਸੇ ਆਰਮੀ ਚੀਫ ਨੂੰ ਕਹਿਣਾ ਸੋਭਦਾ ਹੈ ਕਿ ਕਿਸੇ ਪੋਲੀਟੀਸ਼ੀਅਨ ਦੀ ਸਟੇਟਮੈਂਟ ਹੋ ਸਕਦੀ ਹੈ? ਮੈਂ ਤਾਂ ਕਿਹਾ ਨਾ ਵੀ ਇਹ ਕੌਣ ਬੋਲ ਰਿਹਾ? ਇਹ ਹਾਲਾਤ ਤੁਹਾਡੇ ਇਦਾਂ ਦੇ ਬਣ ਗਏ ਨੇ ਕਿ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਬਾਕੀ ਮੰਤਰੀ, ਵਿਦੇਸ਼ ਮੰਤਰੀ ਕੋਈ ਨਹੀਂ ਬੋਲ ਰਿਹਾ। ਠੀਕ ਆ, ਕਿੰਨਾ ਚਿਰ ਹੋ ਗਿਆ ਤੁਹਾਨੂੰ ਕੋਈ ਗੱਲ, ਕੋਈ ਚੰਗੀ ਸਟੇਟਮੈਂਟ ਸੁਣਿਆ ਸੁਸ਼ਮਾ ਸਵਰਾਜ ਨੇ ਕੁਝ ਕਿਹਾ ਹੋਵੇ ਪਾਕਿਸਤਾਨ ਬਾਰੇ ਜਾਂ ਕਿਸੇ ਬਾਰੇ ਕਿਹਾ ਹੋਵੇ? ਠੀਕ ਹੈ ਸਰ, ਸੁਸ਼ਮਾ ਸਵਰਾਜ ਨੇ ਇੱਕ ਗੱਲ ਕੀਤੀ ਕਿ ਟਵੀਟ ਕੀਤਾ ਪਿਛਲੇ ਦਿਨਾਂ ਬਾਹਰ ਜਿਹੜਾ ਕਸ਼ਮੀਰੀ ਹੈ ਉਹਨੇ ਕਿਹਾ ਕਿ ਮੈਨੂੰ ਇੰਡੀਅਨ ਆਕੂਪਾਈਡ ਕਸ਼ਮੀਰ ਦਾ ਪਾਸਪੋਰਟ ਚਾਹੀਦਾ ਹੈ, ਇੰਡੀਅਨ ਆਕੂਪਾਈਡ ਕਸ਼ਮੀਰ ਦਾ। ਤੇ ਉਹਨੇ ਵਾਪਸ ਟਵੀਟ ਕੀਤਾ ਕਿ ਇਹੋ ਜਿਹਾ ਕੋਈ ਇਸ ਧਰਤੀ ਤੇ ਕਸ਼ਮੀਰ ਨਹੀਂ ਹੈ। ਫਿਰ ਉਹਨੇ ਭੇਜਤਾ ਵੀ ਮੈਨੂੰ ਭਾਰਤ ਦੇ ਨਾਲ ਸੰਬੰਧਤ ਦੇ ਦਿਓ। ਔਰ ਸਾਡੀ ਵਿਦੇਸ਼ ਮੰਤਰੀ ਟਵੀਟ ਕਰਦੀ ਹੈ ਕਿ ਹੁਣ ਲਾਈਨ ਤੇ ਆ ਗਿਆ, ਹੁਣ ਇਹਦੀ ਮਦਦ ਕਰ ਦਿਓ। ਵਿਦੇਸ਼ ਮੰਤਰੀ ਇਹ ਕਹਿ ਰਹੀ ਹੈ ਆਕੂਪਾਈਡ ਕਸ਼ਮੀਰ ਦਾ ਮੰਗੋਗੇ ਪਾਸਪੋਰਟ ਤੇ ਤੁਹਾਨੂੰ ਥੋੜੀ ਦੇਰ ਦਿੱਤਾ ਜਾਏਗਾ। ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਹੁਣ ਲਾਈਨ ਤੇ ਆ ਗਿਆ ਬਸ ਇਹਦੇ ਨਾਲ। ਮੇਰਾ ਕਹਿਣਾ ਹੈ ਕਿ ਜਿਹੜੀ ਤੁਸੀਂ ਗੋਬਿੰਦ ਠੁਕਰਾਲ ਜੀ ਗੱਲ ਕਰ ਰਹੇ ਨੇ, ਇੱਕ ਪਾਸੇ ਸਿਆਸਤਦਾਨ ਗੱਲ ਕਰ ਰਹੇ, ਇੱਕ ਪਾਸੇ ਜਿਹੜਾ ਫੌਜ ਗੱਲ ਕਰ ਰਹੀ ਹੈ, ਤੇ ਇਹ ਲੱਗ ਰਿਹਾ ਜਿਵੇਂ ਦੋ ਤਰ੍ਹਾਂ ਗੱਲ ਕਰ ਰਹੀਆਂ। ਨਹੀਂ, ਸਿਆਸਤਦਾਨ ਜਦੋਂ ਚੁੱਪ ਹੋ ਜੇ, ਉਹਨੂੰ ਕੁਝ ਸੁਝੇ ਨਾ, ਕੁਝ ਕਰ ਨਾ ਸਕੇ, ਫਿਰ ਬੰਦੂਕਾਂ ਵਾਲੇ ਬੋਲਦੇ ਨੇ, ਫਿਰ ਬੰਦੂਕਾਂ ਵਾਲੇ ਬੋਲਣਗੇ, ਦੋਨੇ ਪਾਸੇ ਬੰਦੂਕਾਂ ਵਾਲੇ ਬੋਲਣਗੇ, ਤੀਜੀ ਧਿਰ ਵੀ ਵਿੱਚ ਬੰਦੂਕ ਲਿਆ ਕੇ ਬੋਲੇਗੀ। ਠੀਕ ਹੈ, ਤੁਸੀਂ ਜੇ ਇਹ ਸਾਰੇ ਖਿੱਤੇ ਦੀ ਸਿਆਸਤ ਨੂੰ ਸਮਝ ਲਓ, ਅਫਗਾਨਿਸਤਾਨ ਕਿੱਥੇ ਖੜਾ ਹੈ, ਬਲੋਚਿਸਤਾਨ 'ਚ ਕੀ ਹੋ ਰਿਹਾ ਹੈ, ਜਾਂ ਪਿਛਲੇ ਪਾਸੋਂ ਚੀਨ ਖੜਾ ਕੀ ਕਰ ਰਿਹਾ ਹੈ। ਇੱਕ ਮਿੰਟ, ਇਹ ਸਾਰੀ ਗੱਲ ਨੂੰ ਜੇ ਤੁਸੀਂ ਟੋਟਲ ਜਿਓ ਪੋਲੀਟੀਕਲ ਸਿਚੁਏਸ਼ਨ ਸਮਝ ਲਓ ਤਾਂ ਫਿਰ ਤੁਹਾਡੇ ਲਈ ਅਮਨ ਬਹੁਤ ਜ਼ਰੂਰੀ ਹੈ ਜੰਮੂ ਕਸ਼ਮੀਰ ਦੇ ਵਿੱਚ। ਪ੍ਰੋਬਲਮ ਕਸ਼ਮੀਰ ਦੇ ਨਾਲ ਇਹ ਹੈ ਕਿ ਹਰ ਸਵਾਲ ਇਤਿਹਾਸ ਦੀਆਂ ਇੰਨੀਆਂ ਗੁੰਝਲਾਂ ਵਿੱਚ ਫਸ ਜਾਂਦਾ ਹੈ ਕਿ ਅੱਜ ਗੋਲੀ ਚੱਲੀ ਤੇ ਜਵਾਬ ਲੱਭਣ ਲਈ ਕਿ ਕੀ ਕੀਤਾ ਜਾਵੇ, ਤੁਹਾਨੂੰ ਪਿਛਲੇ ਇਤਿਹਾਸ ਦੀਆਂ ਗੰਢਾਂ ਖੋਲੀਆਂ ਪੈਂਦੀਆਂ। ਖੋਲਣੀਆਂ ਪੈਂਦੀਆਂ ਨੇ ਕਿਉਂਕਿ ਉੱਥੋਂ ਸਬਕ ਮਿਲਦੇ ਨੇ, ਕਿ ਬੰਦੇ ਨੂੰ ਤੁਸੀਂ ਵਿਪਨ ਭੱਬੀ ਜੀ 10 ਸਾਲ ਜੇਲ੍ਹ 'ਚ ਰੱਖੋ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਾ ਦਿਓ। ਕਈ ਤਰੀਕੇ ਨੇ ਕਸ਼ਮੀਰ ਨੂੰ ਪੜ੍ਹਨ ਦੇ। ਇੱਕ ਫੌਜੀ ਜਰਨੈਲ ਮੇਰੇ ਮਿੱਤਰ ਸੀਗੇ, ਉਹ ਕਹਿੰਦੇ ਨੇ ਕਿ ਤੁਸੀਂ ਨਾ ਕੈਲੀਬਰ ਦੇ ਨਾਲ ਪੜ੍ਹ ਲਓ। ਕਹਿੰਦੇ ਪਹਿਲਾਂ ਅਸੀਂ ਬਾਰਡਰ ਤੇ ਉਹ ਸ਼ਾਰਟ ਰੇਂਜ ਪਰਸਨਲ ਵੈਪਨ ਨਾਲ ਫਾਇਰ ਫੁਰ ਕਰ ਦਿੰਦਾ ਸੀ, ਰਿਵਾਲਵਰ ਹੁੰਦਾ ਸੀ। ਫਿਰ ਅਸੀਂ 105 mm ਦੇ ਮੋਟਰ ਮਾਰਨ ਲੱਗ ਪਏ, ਫਿਰ 130 mm ਦੇ, ਫਿਰ ਉਹ
55 mm ਵਾਲੀਆਂ ਆਰਟਿਲਰੀ ਗਨਸ ਮਾਰਨ ਲੱਗ ਪਏ ਤੇ ਅੱਜ ਕੱਲ ਤੇ ਐਂਟੀ ਟੈਂਕ ਗਾਈਡਡ ਮਿਜ਼ਾਈਲ ਚੱਲ ਰਹੀਆਂ ਨੇ, ਕਹਿੰਦੇ ਇਹਦੇ ਨਾਲ ਨਾਪ ਲਵੋ। ਹੁਣ ਮੈਂ ਸਿਰਫ ਇੱਕ ਹੋਰ ਚੀਜ਼ ਨਾਲ ਨਾਪਣਾ ਚਾਹ ਰਿਹਾ। ਇਹ 11 ਅਪ੍ਰੈਲ ਨੂੰ ਮੁਕਾਬਲਾ ਹੋਇਆ ਮੁਹੱਲਾ ਖੁਡਵਾਨੀ ਕੁਲਗਾਮ ਦੇ ਵਿੱਚ। ਇੱਕ ਫੌਜੀ ਮਾਰਿਆ ਗਿਆ ਤੇ 4 ਸਿਵਲੀਅਨ ਮਾਰੇ ਗਏ ਤੇ ਜਿਸ ਵੇਲੇ ਅੰਦਰੋਂ ਕੋਈ ਨਿਕਲਿਆ ਨਹੀਂ ਤੇ ਫੌਜੀਆਂ ਨੇ ਬੁਲਾ ਲਏ ਬੁਲਡੋਜ਼ਰ ਤੇ ਲੋਕਾਂ ਨੇ ਰੌਲਾ ਇੰਨਾ ਪਾਇਆ ਤੇ ਅੰਤ ਫੌਜੀ ਵਾਪਸ ਚਲੇ ਗਏ। ਗੋਲੀਬਾਰੀ ਬੰਦ ਹੋ ਗਈ ਸੀ ਕਈ ਘੰਟੇ। ਫਿਰ ਲੋਕ ਅੰਦਰ ਗਏ, ਉਹ 3 ਜਿਉਂਦੇ ਅੱਤਵਾਦੀਆਂ ਨੂੰ ਅੰਦਰੋਂ ਕੱਢ ਲਿਆਏ। ਅੱਤਵਾਦੀ ਫਿਰ ਖੁਡਵਾਨੀ ਏਰੀਆ ਦੇ ਵਿੱਚ ਮੋਟਰਸਾਈਕਲਾਂ ਤੇ ਘੁੰਮੇ, ਉਹਨਾਂ ਨੇ ਉੱਥੋਂ ਦੇ ਲੋਕਲ ਵਸਨੀਕਾਂ ਦੇ ਨਾਲ ਆਪਣੀਆਂ ਸੈਲਫੀਆਂ ਖਿਚਵਾਈਆਂ ਤੇ ਫਿਰ ਹਜ਼ਾਰਾਂ ਦੀ ਉਸ ਭੀੜ ਦੇ ਵਿੱਚੋਂ ਉਹ ਗਾਇਬ ਹੋ ਗਏ। ਇਹ 7 ਮਈ ਨੂੰ ਹਿੰਦੂ ਅਖਬਾਰ ਹੈ, ਪੱਤਰਕਾਰ ਪੀਰਜ਼ਾਦਾ ਆਸ਼ਿਕ ਦੀ ਰਿਪੋਰਟ ਹੈ। ਉਹ ਕਹਿੰਦੇ ਨੇ ਵੀ ਇਹ ਮਾਰਿਆ ਗਿਆ ਅੱਤਵਾਦੀ ਅਨੰਤਨਾਗ ਦੇ ਵਿੱਚ, ਫਯਾਜ਼ ਅਹਿਮਦ ਸੇਠਾ, ਤੇ ਫਿਊਨਰਲ ਸੀਗਾ ਉਹਦਾ ਕੁਲਗਾਮ ਦੇ ਵਿੱਚ, ਸਾਊਥ ਕਸ਼ਮੀਰ ਦੇ ਵਿੱਚ। ਤੇ 4 ਅੱਤਵਾਦੀ ਆਏ ਤੇ ਉਹਨਾਂ ਨੇ ਆ ਕੇ ਉਸ ਜਨਾਜ਼ੇ ਦੇ ਵਿੱਚ ਬੰਦੂਕਾਂ ਨਾਲ ਸਲਾਮੀਆਂ ਦਿੱਤੀਆਂ, ਬਹੁਤ ਸਾਰੇ ਫਾਇਰ ਕੀਤੇ। ਇਹ 1990 ਦੇ ਵਿੱਚ ਅਸੀਂ ਇਹੋ ਜਿਹੇ ਸੀਨ ਦੇਖਦੇ ਸੀ ਕਿ ਹਾਲਾਤ ਇੰਨੇ ਖਰਾਬ ਹੋ ਗਏ ਨੇ। ਤੇ ਜੇ ਇੰਨਾ ਡਿਸਟੈਂਸ ਆਮ ਲੋਕਾਂ ਦਾ ਤੇ ਸਰਕਾਰ ਦੇ ਵਿੱਚ ਆ ਗਿਆ, ਫੌਜ ਤੇ ਆਮ ਲੋਕਾਂ ਦੇ ਵਿੱਚ ਆ ਗਿਆ, ਤਾਂ ਭਰਨ ਦੀ ਕਵਾਇਦ ਕੀ ਹੋ ਸਕਦੀ ਹੈ? ਇਮੀਡੀਏਟਲੀ ਤਾਂ ਗੱਲਬਾਤ ਨਹੀਂ ਸ਼ੁਰੂ ਹੋ ਸਕਦੀ। ਕੋਈ ਸਰਕਾਰ ਇਹ ਤਾਂ ਨਹੀਂ ਕਹਿ ਸਕਦੀ ਕਿ ਅੱਛਾ ਜੀ ਅਸੀਂ ਝੁਕ ਗਏ, ਤੁਸੀਂ ਸਾਨੂੰ ਝੁਕਾ ਲਿਆ। ਵੇਅਰ ਇਜ਼ ਦਾ ਪ੍ਰੈਗਮੈਟਿਕ ਵੇ? ਇੱਕ ਆਈਡੀਅਲ ਵੇ ਹੈ, ਗੋਬਿੰਦ ਠੁਕਰਾਲ ਜੀ ਦੀ ਗੱਲ ਕਰ ਰਹੇ ਨੇ, ਪ੍ਰੈਗਮੈਟਿਕ ਹੈ ਤੇ ਉਹ ਮੇਰੀ ਗੱਲ ਤੇ ਹੱਸ ਰਹੇ ਨੇ। ਤੇ ਇਹ ਗੱਲ ਬਹੁਤ ਸਾਰੇ ਲੋਕਾਂ ਦਾ ਰਿਸਪੌਂਸ ਹੋਏਗਾ ਕਿ ਤੁਸੀਂ ਹੁਣ ਕੀ ਚਾਹੁੰਦੇ ਹੋ, ਪ੍ਰੈਗਮੈਟਿਕ ਕੀ ਹੁੰਦਾ ਜੀ? ਗੋਲੀ ਦਾ ਜਵਾਬ ਗੋਲੀ ਨਾਲ ਹੁੰਦਾ। ਦੇਖੋ ਜੀ, ਫਿਰ ਮੌਕੇ ਦੀ ਗੱਲ ਹੈ, ਉਸ ਤੋਂ ਬਾਅਦ ਮੌਕਾ ਜਦ ਮਿਲਦਾ ਹੈ। ਇੱਕ ਸੈਕਿੰਡ, ਉਸ ਤੋਂ ਬਾਅਦ ਕੀ ਹੋਏਗਾ ਫਿਰ? ਸਰ ਮੈਂ ਤੁਸੀਂ ਇੰਨੇ ਸਾਲ ਸਰ ਜੇ ਮੈਨੂੰ ਜਵਾਬ ਪਤਾ ਹੁੰਦਾ ਤੇ ਲੋਕਾਂ ਨੂੰ ਜਵਾਬ ਪਤਾ ਹੁੰਦਾ। ਗੱਲ ਤਾਂ ਇਹ ਹੈ ਨਾ ਦੇਖ ਲਿਆ ਕਿ ਪਰ ਦੇਖੋ ਜੀ ਗੱਲ ਹੈ ਕਿ ਮਤਲਬ ਜਿੱਦਾਂ ਪਹਿਲੇ ਗੱਲ ਹੋਈ ਹੈ ਕਿ ਕੋਈ ਮਸਲਾ ਹੈ ਨਹੀਂ ਕਿ ਬਈ ਇਹਦੇ ਨਾਲ ਹੋ, ਸਾਨੂੰ ਕੋਈ ਨਾ ਕੋਈ ਜ਼ਰੀਆ ਦੇਖਣਾ ਪਏਗਾ ਕਿ ਜਿੱਥੇ ਗੱਲਬਾਤ ਹੋ ਸਕੇ, ਕੋਈ ਇਮੇਜਿਨੇਟਿਵ ਕੋਈ ਤਰੀਕੇ, ਗੁੱਡ ਜੈਸਚਰਸ ਹੋਣ, ਕੁਝ ਇਸ ਤਰ੍ਹਾਂ ਹੋਣ। ਆਫਟਰ ਆਲ ਦੇਖਿਆ ਜਾਏ ਤਾਂ ਜੇ ਅਸੀਂ ਕਲੇਮ ਕਰਦੇ ਹਾਂ ਕਿ ਸਾਡੇ ਹੀ ਬੰਦੇ ਆ ਨਾ, ਆਫਟਰ ਆਲ ਕੋਈ ਪਾਕਿਸਤਾਨੀ ਤਾਂ ਨਹੀਂ ਆ ਉਹ, ਮੈਨੂੰ ਪਤਾ ਨਹੀਂ। ਲੋਕ ਅਸੀਂ ਕਹਿੰਦੇ ਆ ਕਿ ਉਹ ਸਾਡੇ ਬੰਦੇ ਨੇ। ਦੇਸ਼ ਦੇ ਵਿੱਚ ਇੱਕ ਆਵਾਜ਼ ਇਹ ਵੀ ਹੈ ਨਾ ਕਿ ਸਾਡੇ ਬੰਦੇ ਨਹੀਂ ਹੈਗੇ ਜੀ। ਕੁਝ ਇੱਕ ਆਵਾਜ਼ ਤਾਂ ਹੀ ਕਸ਼ਮੀਰੀ ਨੂੰ ਜਿਹੜਾ ਨੇ ਕਲੇਮ ਕਰਦਾ ਕਿ ਮੈਂ ਹੀ ਭਾਰਤ ਹਾਂ, ਬਾਕੀ ਕੋਈ ਨਹੀਂ ਹੈ। ਉਹ ਹੈ ਬਾਕੀ ਸਾਰੇ ਆ ਰਿਹਾ ਸੀਗਾ ਇਸ ਗੱਲਬਾਤ ਤੇ ਕਿ ਇਹ ਜਿਹੜਾ ਜਿੱਦਾਂ ਇਵਨ ਵੇਦ ਮਲਿਕ ਜਿਹੜੇ ਸਾਡੇ ਫਾਰਮਰ ਜਨਰਲ ਉਹਨਾਂ ਨੇ ਰੀਸੈਂਟਲੀ ਟਵੀਟ ਕੀਤਾ, ਉਹਨੇ ਕੁਐਸਚਨ ਕੀਤਾ, ਸੀਜ਼ਫਾਇਰ ਇਨ ਕਸ਼ਮੀਰ ਸ਼ੋਜ਼ ਟੈਰਰਿਸਟਸ ਐਂਡ ਸਪੋਰਟਰਸ ਅੰਡਰ ਪ੍ਰੈਸ਼ਰ, want time and space to reorganize। ਉਹ ਕਰਕੇ ਐਸ ਕਰਕੇ ਉਹ ਚਾਹੁੰਦੇ ceasefire works only between 2 armies, he says, and it has never worked with terrorists। Now tell me this, ਤੁਸੀਂ ਉਹਨਾਂ ਨੇ ਇਹ ਦੱਸਿਆ ਕਿ ਸੀਜ਼ਫਾਇਰ ਤਾਂ ਜੀ ਉਹਨਾਂ ਨੂੰ ਸਾਹ ਲੈਣ ਦਾ ਮੌਕਾ ਦੇ ਦੇਗੀ ਤੇ ਉਹ ਫਿਰ ਦੁਬਾਰਾ ਤਿਆਰ ਹੋ ਜਾਣਗੇ। ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੀਆਂ, ਆਸ਼ੂਤੋਸ਼ ਕੁਮਾਰ ਜੀ, ਜੰਮੂ ਕਸ਼ਮੀਰ ਦੀਆਂ ਪੋਲੀਟੀਕਲ ਪਾਰਟੀਆਂ ਰਲ ਕੇ ਸੀਜ਼ਫਾਇਰ ਮੰਗ ਰਹੀਆਂ ਨੇ ਤਾਂ ਕਿ ਅੱਤਵਾਦੀਆਂ ਦੀ ਖੂਬ ਮਦਦ ਕੀਤੀ ਜਾ ਸਕੇ। ਇਹ मैं डिस्टेंस की गल कर रहा सी, ये डिस्टेंस है आर्मी चीफ, फॉर्मर नवी दिल्ली ते श्रीनगर दे विच फॉर्मर आर्मी चीफ ये गल कह रहे हैं। नहीं, इसमें एक तो ये है कि मुझे लगता है कि जैसे नेहरू जी के समय में भी हुआ था कि सिविलियन अथॉरिटी की सुप्रीमेसी होनी चाहिए। सारी गड़बड़ी नेहरू जी के समय हुई है। आर्मी इज नॉट सपोज्ड टू स्पीक ऑन द पॉलिटिकल, आई मीन इन अ पॉलिटिकल लैंग्वेज, है ना। ये एक जमहूरियत की पहली शर्त होती है कि आर्मी शुड बी ऑर्डर्ड बाय द सिविलियन अथॉरिटी एंड दे हैव टू परफॉर्म देयर टास्क, पहली चीज। दूसरी चीज, ये तो स्टैंडर्ड प्रैक्टिस है कि आर्मी को सिविलियन एरिया में कम से कम इंगेज करना चाहिए। आर्मी इज टू प्रोटेक्ट द बॉर्डर। फौज लाई बैठे ना, तो फौज खुद भी नहीं चाहेगी कि फौज इन चीजों में तशद्दुद में इन्वॉल्व रहे। तीसरी चीज मुझे ये लगता है कि आज कश्मीर में वही हालात हो रहे हैं जो पंजाब में हुए थे कि जब एक पॉलिटिकल पार्टीज जो हैं, जो राजनीतिक दल हैं, वो इरेलीवेंट होती जा रही हैं। पॉलिटिशियन जो हम लोग अभी बातें कर रहे हैं, पॉलिटिशियंस क्यों नहीं बोले? क्योंकि वो सारा जो मसला है, ये जो बहस चल रही है ना नेशनल इंटरेस्ट की, नेशनलिज्म की, तो इसमें कहीं ना कहीं जमहूरियत पीछे जा रही है ना। ये जो राष्ट्रीयता के नाम पर आप राष्ट्रीय है, कौन असल भारतीय है, कौन सच्चा भारतीय है, इसके मामले में कहीं जड़ा बुरहानवानी वाली फोटो जो सारे मार के तरतीब दाब देगा, अंतिम बात में ये कहना चाह रहा था कि अभी जैसे लोगों ने बात करी 370, मुझे लगता है आज के कश्मीर में ये जो इतिहास है, ठीक है, एक अपनी जगह है, लेकिन अभी कौन अभी सबसे ज्यादा एक्टिव है? यूथ। तो यूथ को क्यों नहीं आप एड्रेस कर सके? जैसे मोदी जी हमेशा डेमोग्राफी डिविडेंड की बात करते हैं, कहते हैं इंडिया इज गोइंग टू बी द यंगेस्ट कंट्री, तो कश्मीर में भी वही हालात हैं। तो यूथ से क्यों नहीं इंगेज करें? कॉलेजेस जाएं, स्कूल जाएं। मैं छोटी सी बात ऐड कर दूं। यूथ की बात ये प्रोफेसर साहब ने की है। अब आप ये देखिए कि कितने नौजवान कश्मीर से निकल के बाहर की यूनिवर्सिटीज में पढ़ रहे हैं, कितने पढ़ रहे हैं, बाहर जॉब सीख कर रहे हैं, इनसिक्योर महसूस करते हैं, इकट्ठे रहते हैं,
फिर भी बाहर जाते हैं, वो भी तो नौजवान वहीं से आज निकल के आए हैं। जॉब्स मिलते हैं, जॉब्स केड़ा कोई हाल है? आप सोसाइटी ਦੇ ਅਸਿਸਟੈਂਟ ਪ੍ਰੋਫੈਸਰ ਬਦੂਲ ਲੈ ਕੇ ਜਾਂਦੇ ਨੇ, ਜੌਬਸ ਦੀ ਹਾਲ ਨਹੀਂ ਹੈ ਨਾ। ਕੋਈ ਇਹ ਜੌਬ ਦਾ ਪ੍ਰੋਬਲਮ ਹੀ ਨਹੀਂ ਹੈ। ਜਿਹੜੇ ਲੋਕ ਇਹਨੂੰ ਕੇਵਲ ਜੌਬ ਦੇ ਐਂਗਲ ਤੋਂ ਯੂਥ ਨੂੰ ਦੇਖਦੇ ਨੇ, ਇਕਨੋਮਿਕ ਸੋਲੂਸ਼ਨ ਸ਼ਾਇਦ ਟੂਰਿਜ਼ਮ ਵਧਾ ਦਿਓ ਤੇ ਨੌਕਰੀਆਂ ਦੇ ਦਿਓ। नहीं इकोनॉमिक प्रॉब्लम मैं ये कह रहा हूँ, मैं ये कह रहा हूँ, मैंने ये नहीं ਇਹ ਆਇਡੈਂਟੀਟੀ ਦੀ ਤੇ ਪਛਾਣ ਦੀ ਪ੍ਰੋਬਲਮ ਜਿਹਨੇ ਸੱਭਿਆਚਾਰ ਪੂਰੀ ਦੁਨੀਆ ਭਰ ਦੇ ਵਿੱਚ ਪਛਾਣ ਦੀਆਂ ਕੁਐਸਚਨ ਵੀ ਪੈਦਾ ਹੁੰਦੇ ਨੇ, ਹਮੇਸ਼ਾ ਹੀ ਹੋਏ ਨੇ। ਔਰ ਬੈਕਗ੍ਰਾਉਂਡ ਨੂੰ ਤੁਸੀਂ ਛੱਡ ਨਹੀਂ ਸਕਦੇ। ਜਿਹੜਾ ਜੰਮੂ ਕਸ਼ਮੀਰ ਦਾ ਕਨਸਟੀਟਿਊਸ਼ਨ ਹੈ, ਅੱਜ ਵੀ 24 ਸੀਟਾਂ ਹਰ ਇਲੈਕਸ਼ਨ ਵੇਲੇ ਵੇਕੈਂਟ ਕਿਉਂ ਹੁੰਦੀਆਂ ਨੇ ਅਸੈਂਬਲੀ ਦੀਆਂ? ਉਹ ਪਾਕਿਸਤਾਨ ਅਸੀਂ ਮੰਨਦੇ ਨੇ ਕਿ ਉਹ ਪਾਕਿਸਤਾਨ ਆਕੂਪਾਈਡ ਨੇ, ਅਸੀਂ ਲੈਣਾ ਮੰਨਦੇ ਆ ਕਿ ਸਾਡੀਆਂ ਨੇ, ਅਸੀਂ ਮੰਨਦੇ ਸਾਡੀਆਂ ਨੇ। ਬਿਲਕੁਲ। ਇਹਦਾ ਮਤਲਬ ਝਗੜੇ 'ਚ ਤਾਂ ਪਾਕਿਸਤਾਨ ਖੜਾ ਹੋਇਆ, ਤੁਸੀਂ ਉਹ ਤੋਂ ਖੋਣੀਆਂ ਤਾਂ ਹੈ ਨਾ ਜੇ ਲੈਣੀਆਂ ਨੇ। ਹਾਂ ਬਿਲਕੁਲ ਲੈਣੀਆਂ ਨੇ, ਠੀਕ ਹੈ। ਹਾਂ ਬਿਲਕੁਲ। ਔਰ ਇਹਦਾ ਮਤਲਬ ਕੀ ਹੈ? ਫਿਰ ਤੁਸੀਂ ਕਹਿੰਦੇ ਹੋ ਇਹ ਬਾਇਲੇਟਰਲ ਇਸ਼ੂ ਹੈ, ਤੇ ਬਾਇਲੇਟਰਲ ਇਸ਼ੂ ਕਿਵੇਂ? ਫਿਰ ਟ੍ਰਾਈਲੇਟਰਲ ਕਿਉਂ ਨਹੀਂ ਹੈ? ਉਹ ਇਹ ਡਿਪਲੋਮੈਟਿਕ ਭਾਸ਼ਾ ਜਿਹੜੀਆਂ ਚੀਜ਼ਾਂ ਨਹੀਂ, ਇਹ ਕੋਈ ਡਿਪਲੋਮੈਸੀ। ਜਦੋਂ ਤੁਸੀਂ ਆਪਾਂ ਦੋਨਾਂ ਨੂੰ ਸੱਚ ਪਤਾ ਤੇ ਲੋਕਾਂ ਸਾਰਿਆਂ ਨੂੰ ਸੱਚ ਪਤਾ। ਜਦੋਂ ਤੁਸੀਂ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਝੂਠ ਨੂੰ ਡਿਪਲੋਮੈਟਿਕ ਭਾਸ਼ਾ ਬਣਾ ਦੋਗੇ, ਦੁਨੀਆਦਾਰੀ ਕੁਛ ਤਾਂ ਸਟੈਂਡਰਡ ਤੇ ਚੱਲਦੀ ਹੈ ਨਾ ਉਸ ਸਾਰੇ ਮਾਮਲੇ 'ਚ। ਡਿਪਲੋਮੇਸੀ ਇਸ ਕਿਸਮ ਦੀਆਂ ਜਿਹੜੀਆਂ ਨੂੰ ਖੋਲਣ ਲਈ ਬੜੀ ਹੈਲਪ ਕਰਦੀ ਹੈ। ਨਹੀਂ ਕੋਈ ਡਿਪਲੋਮੇਸੀ ਦੇ ਜਿਹੜੀਆਂ ਚੀਜ਼ਾਂ ਨੇ, ਜਿਹੜੇ ਯੂਥ ਡੈਮੋਗ੍ਰਾਫੀ ਦੀ ਗੱਲ ਕਰ ਰਹੇ ਸੀ ਨਾ, ਮੈਂ ਉਹ ਗੱਲ ਕਰ ਰਿਹਾ ਕਿ ਜਿਹੜਾ ਕਸ਼ਮੀਰ ਦੀਆਂ ਗਲੀਆਂ ਵਿੱਚ ਯੂਥ ਬੰਦੂਕਾਂ ਚੁੱਕੀ ਫਿਰਦਾ, ਤੇ ਜਿਹੜਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਉਹ ਪੇਂਟਿੰਗ ਹਟਾਉਣਾ ਚਾਹ ਰਿਹਾ ਉਤੋਂ ਕੰਧ ਦੇ ਉਤੋਂ, ਇਸ ਸਾਰੇ ਯੂਥ ਡੈਮੋਗ੍ਰਾਫਿਕ ਨੂੰ ਕੀ ਮੋਦੀ ਸਾਹਿਬ ਐਡਰੈਸ ਕਰਨਗੇ? ਕੀ ਸਾਡੀ ਸਿਆਸਤ ਉਹਨੂੰ ਐਡਰੈਸ ਕਰ ਰਹੀ ਹੈ? ਉਹ ਯੂਥ ਇੱਕ ਨਵੀਂ ਪੀੜ੍ਹੀ ਜਿਹੜੀ ਅੱਤਵਾਦ ਦੇ ਵਿੱਚ ਜਾ ਰਹੀ ਹੈ, ਇਧਰੋਂ ਇੱਕ ਨਵੀਂ ਪੀੜ੍ਹੀ ਇੱਕ ਫੋਟੋ ਵੀ ਦੀਵਾਰ ਦੇ ਉੱਤੇ ਨਹੀਂ ਸਹਿਣਾ ਚਾਹ ਰਹੀ, ਤੇ ਇਹ ਪਰਸਪਰ ਜਿਹੜਾ ਯੂਥ ਦੇ ਵਿਚਕਾਰ ਇੱਕ ਲਕੀਰ ਖਿੱਚੀ ਜਾ ਰਹੀ ਹੈ। ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਯੂਥ ਪਹਿਲੇ ਨੂੰ ਨਹੀਂ ਐਡਰੈਸ ਕੀਤਾ ਸੀ, ਤਾਂ 70 ਸਾਲਾਂ ਤੋਂ ਯੂਥ ਨੂੰ ਐਡਰੈਸ ਨਹੀਂ ਕਰ ਰਹੇ। ਔਰ ਅੱਜ ਤਾਂ ਖਾਸ ਤੌਰ ਤੇ ਤੁਸੀਂ ਜਦੋਂ ਗੱਲ ਕਰ ਰਹੇ ਹੋ, ਇਹੋ ਜਿਹਾ ਨੈਰੇਟਿਵ ਬਣਾ ਰਹੇ ਹੋ ਦੇਸ਼ ਦੇ ਵਿੱਚ ਕਿ ਆਹ ਦੇਸ਼ ਭਗਤ ਆ, ਗਦਾਰ ਹੈ, ਹੋਰ ਕੋਈ ਗੱਲ ਹੀ ਨਹੀਂ ਹੈ, ਤੀਜੀ ਤੁਹਾਡੇ ਕੋਲ ਕੋਈ ਗੱਲ ਹੀ ਨਹੀਂ ਹੈ ਡਿਸਕਸ ਨੂੰ। ਜਦੋਂ ਬੈਨਰ ਹੀ ਬਣਾ ਦੋਗੇ ਤਾਂ ਉਹਦੇ ਸਰੋਕਾਰ ਕਿਵੇਂ ਐਡਰੈਸ ਹੋਣਗੇ? ਯੂਥ ਦੇ ਸਰੋਕਾਰ ਐਡਰੈਸ ਹੋਣਗੇ ਜਦੋਂ ਖੁੱਲੇ ਓਪਨ ਮੰਚਾਂ ਤੇ ਹਰ ਇੱਕ ਨੂੰ ਬੇਡਰ ਹੋ ਕੇ ਗੱਲ ਕਹਿਣ ਦਾ ਮੌਕਾ ਮਿਲੇ। ਕੋਈ ਬੋਲ ਹੀ ਨਹੀਂ ਰਿਹਾ ਯੂਨੀਵਰਸਿਟੀਆਂ ਦੇ ਵਿੱਚ ਤੇ ਬਾਕੀ ਨੂੰ ਬੋਲੋ। ਨਹੀਂ, ਮੈਂ ਇੱਕ ਲਾਈਨ ਬਤਾਣਾ ਚਾਹਤਾ। ਇੱਕ ਸੈਕਿੰਡ, ਆਪਾਂ 5 ਬੰਦੇ ਬੈਠੇ ਹਾਂ ਤੇ ਇਸ ਡਰ 'ਚ ਗੱਲ ਕਰ ਰਹੇ ਹਾਂ ਕਿ ਨੈਸ਼ਨਲਿਜ਼ਮ ਸਾਨੂੰ ਕਦੋਂ ਕਿਹਾ ਜਾਏਗਾ? ਇਹ ਦੇਸ਼ ਭਗਤ ਨਹੀਂ ਗਏ ਨਾ, ਮੈਂ ਤਾਂ ਧਿਆਨ ਨਾਲ ਬੋਲ ਰਿਹਾ ਸਰ, ਪਤਾ ਨਹੀਂ ਕਿਹੜੀ ਲਾਈਨ ਐਂਟੀ ਨੈਸ਼ਨਲ ਹੋ ਜਾਵੇ। ਮੈਂ ਤੁਹਾਡੀ ਭਾਸ਼ਾ ਸੁਣ ਰਿਹਾ, ਤੁਸੀਂ ਜਿਸ ਤਰੀਕੇ ਨਾਲ ਸਾਰੀ ਡਿਬੇਟ ਨੂੰ ਕੰਡਕਟ ਕਰ ਰਹੇ ਹੋ, ਉਸ ਭਾਸ਼ਾ 'ਚੋਂ ਕਈ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਨੇ। ਉਹਦੇ 'ਚੋਂ ਸਵਾਲ ਇਹ ਨਹੀਂ ਹੈਗਾ ਕਿ ਜਿਹੜੇ ਨਹੀਂ, ਉਹ ਟੀਵੀ ਤੇ ਥੋੜਾ ਮੇਰਾ ਡਰ ਵੀ ਪਤਾ ਲੱਗ ਰਿਹਾ। ਇੱਕ ਮਿੰਟ, ਜਨਾਹ ਦੀ ਜਿਹੜੀ ਗੱਲ ਆ ਜਾਂ ਦੂਜੀ ਗੱਲ ਆ, ਤੁਸੀਂ ਨੈਰੇਟਿਵ ਕਿਸ ਤਰ੍ਹਾਂ ਦਾ ਬਿਲਡ ਕਰ ਰਹੇ ਹੋ? ਉਸ ਯੂਥ ਨੂੰ ਜਿਹਨੂੰ ਰੋਜ਼ਗਾਰ ਚਾਹੀਦਾ, ਪੜ੍ਹਾਈ ਲਿਖਾਈ ਚਾਹੀਦੀ ਹੈ, ਜਾਂ ਜਿਹੜਾ ਇੱਕ ਗੇਨਫੁਲ ਏਮਪਲੋਇਮੈਂਟ ਤੇ ਹਿੰਦੁਸਤਾਨ ਦਾ ਹਿੱਸਾ ਬਣੇ, ਜਾਂ ਪੋਲੀਟੀਕਲ ਐਸਪੀਰੇਸ਼ਨ ਹੈ ਨਾਲ। ਪੋਲੀਟੀਕਲ ਐਸਪੀਰੇਸ਼ਨ ਆਇਡੈਂਟੀਟੀ ਦੇ ਵੀ ਸਵਾਲ ਨਾਲ ਜੁੜੇ ਨੇ। ਆਇਡੈਂਟੀਟੀ ਦਾ ਸਵਾਲ ਤਾਂ ਬਾਅਦ ਚ ਆਊਗਾ, ਪਹਿਲਾਂ ਰੋਜ਼ੀ ਰੋਟੀ ਦਾ ਸਵਾਲ ਆਊਗਾ। ਯਾਰ ਕਸ਼ਮੀਰ ਦੀ ਡਿਵੈਲਪਮੈਂਟ ਦਾ ਕੀ ਹਾਲ ਹੈ? ਔਰ ਉਹਦੇ ਚ ਇਹ ਦਾ ਕੀ ਹਾਲ ਹੈ ਕਿ ਬਹੁਤ ਵਾਰੀ ਮੈਂ ਜਾ ਕੇ ਦੇਖਿਆ ਜਿਹੜੀਆਂ ਮਾਈਨੋਰਿਟੀਜ਼ ਦੀਆਂ ਸਟੇਟਸ ਨੇ, ਉੱਥੇ ਆਇਡੈਂਟੀਟੀ ਦੇ ਕੁਐਸਚਨ ਦੁਨੀਆ ਭਰ ਦੇ ਵਿੱਚ ਨੇ। ਹੇਅਰ ਇਜ਼ ਵਾਟ ਗੋਬਿੰਦ ਠੁਕਰਾਲ ਜੀ ਸੇਇੰਗ, ਜੇ ਕਸ਼ਮੀਰ ਦੇ ਵਿੱਚ ਬਹੁਤ ਸਾਰਾ ਪੈਸਾ ਲਗਾ ਦਿੱਤਾ ਜਾਵੇ, ਬਹੁਤ ਸਾਰੀ ਡਿਵੈਲਪਮੈਂਟ ਹੋ ਜਾਏ ਤਾਂ ਸਾਰੇ ਨੌਕਰੀਆਂ ਮਿਲ ਜਾਣ। ਮੈਂ ਪੈਸੇ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹ ਇਸ਼ੂ ਹੋ ਰਿਹਾ। ਨਾ ਡਿਵੈਲਪਮੈਂਟ ਦਾ ਕੀ ਮਤਲਬ ਹੈ? ਡਿਵੈਲਪਮੈਂਟ ਦਾ ਮਤਲਬ ਹੈ ਮੈਂ ਉੱਥੇ ਦੇਖਿਆ ਵੀ ਉੱਥੇ ਲੱਕੜ ਦਾ ਹਲ ਚਲਾ ਰਿਹਾ ਹੈ, ਗਰੀਬੀ 'ਚ ਮਰ ਰਿਹਾ ਹੈ, ਜਿਹੜੇ ਪੈਸੇ ਜਾ ਰਹੇ ਨੇ ਉੱਤੇ 50-60 ਫੈਮਿਲੀਜ਼ ਖਾਈ ਜਾ ਰਹੀਆਂ ਨੇ। ਉਹਨਾਂ ਦਾ ਵੈਸਟਰਨ ਇੰਟਰਸਟ ਕਸ਼ਮੀਰ ਦੇ ਵਿੱਚ ਅੱਗ ਲਾਉਣ 'ਚ ਡਿਵੈਲਪ ਹੋ ਗਿਆ। ਉਹ ਚਾਹੁੰਦੇ ਨੇ ਕਸ਼ਮੀਰ 'ਚ ਅੱਗ ਲੱਗੀ ਰਹੇ। ਕੇਵਲ ਇਹ ਇਸ਼ੂ ਨਹੀਂ ਹੈ ਕਸ਼ਮੀਰ ਦਾ ਬੁਨਿਆਦੀ ਤੌਰ ਤੇ ਕਸ਼ਮੀਰ ਦਾ ਜਿਹੜਾ 370 ਧਾਰਾ 1950 ਤੇ 52 ਸੀ, ਜਦੋਂ 10 ਸਾਲ ਤੱਕ ਪ੍ਰਾਈਮ ਮਿਨਿਸਟਰ ਰਿਹਾ, ਅਲੱਗ ਨਿਸ਼ਾਨ ਰਿਹਾ, ਅਲੱਗ ਪ੍ਰਧਾਨ ਰਿਹਾ ਤੇ ਉਸ ਲੈਵਲ ਦਾ ਸੈਟਅਪ ਰਿਹਾ, ਉਹਨੂੰ ਜੀਐਮ ਸਾਹਿਬ ਨੂੰ ਬਣਾ ਕੇ ਸੇਖ ਨੂੰ ਉਹਦੇ ਤੇ ਸਿੱਟ ਕੇ ਤੁਸੀਂ ਪਹਿਲਾਂ ਉਹਨੂੰ ਰਿਡਿਊਸ ਕਰਦੇ ਆ ਰਹੇ ਹੋ। ਹਾਂ ਠੀਕ ਹੈ, ਉਹਨਾਂ ਨੂੰ ਆਪਣੀ ਆਇਡੈਂਟੀਟੀ ਖਤਰੇ 'ਚ ਇਸ ਤਰ੍ਹਾਂ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਜਿਵੇਂ ਪੰਜਾਬ 'ਚ ਨਹੀਂ ਕਈ ਵਾਰ ਪ੍ਰੋਬਲਮ ਵੀ ਇੱਥੇ ਤਾਂ ਪੰਜਾਬੀ ਸਿੱਖ ਘਟ ਜਾਣਗੇ ਜੀ। ਪੰਜਾਬੀ ਸੂਬੇ ਦੀ ਡਿਮਾਂਡ ਕਿਉਂ ਪੈਦਾ ਹੋਈ? ਸਿੱਖਾਂ ਦੀ ਡਿਮਾਂਡ ਇਸ ਲਈ ਹੋਈ ਵੀ ਜੇ ਇੱਥੇ ਵੀ ਅਸੀਂ ਮਿਨੋਰਟੀ 'ਚ ਰਹਿ ਗਏ, ਫਿਰ ਡੈਮੋਗ੍ਰਾਫੀ ਇਸ ਕਿਸਮ ਦੀ ਬਣ ਜਾਏਗੀ, ਸਾਡਾ ਤਾਂ ਕਿਤੇ ਸੱਤਾ 'ਚ ਹਿੱਸੇਦਾਰੀ ਨਹੀਂ ਹੋਏਗੀ। ਇਹ ਡਰ ਨੇ ਓਵਰਆਲ। ਜੇ ਸਕਾਟਲੈਂਡ ਬ੍ਰਿਟੇਨ ਤੋਂ ਅਲੱਗ ਕਿਉਂ ਹੋ ਰਿਹਾ ਹੈ, ਕਿਊਬਿਕ ਫਰਾਂਸ ਤੋਂ ਅਲੱਗ ਕਿਉਂ ਹੋਣਾ ਚਾਹੁੰਦਾ ਹੈ? ਕੱਲਾ ਸਾਡੇ ਸਵਾਲ ਨਹੀਂ, ਆਇਡੈਂਟੀਟੀ ਦੇ ਕੁਐਸਚਨ ਥਰੂ ਆਊਟ ਵਰਲਡ ਨੇ। ਉਹਨੂੰ ਐਡਰੈਸ ਵੀ ਨਾਲ ਉਵੇਂ ਹੀ ਕਰਨਾ। ਠੀਕ ਹੈ, ਰੁਜ਼ਗਾਰ ਦਾ ਮਾਮਲਾ ਬਹੁਤ ਵੱਡਾ ਮਾਮਲਾ ਹੁੰਦਾ ਹੈ, ਬਾਕੀ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ, ਪਰ ਬਹੁਤ ਵਾਰ ਆ ਜਿਹੜੇ ਪ੍ਰੋਫੈਸਰ ਨੇ, ਅਸਿਸਟੈਂਟ ਪ੍ਰੋਫੈਸਰ ਤੋਂ ਲੈ ਕੇ ਬਾਕੀ ਇਹ ਰੁਜ਼ਗਾਰ ਚੋਂ ਤਾਂ ਨਹੀਂ ਆਏ ਨਾ। ਬ੍ਰੇਕ ਲਈ ਰੁਕਣਾ ਪੈ ਰਿਹਾ, ਪਰ ਇੱਕ ਉਹ ਐਕਟਰ ਜਿਹੜਾ ਵਿੱਚੋਂ ਜ਼ਿਆਦਾ ਡਿਬੇਟ ਦੇ ਬਾਹਰ ਰਹਿ ਗਿਆ ਹੈ, ਤੇ ਮੈਨੂੰ ਇੰਜ ਜਾਪਦਾ ਹੈ ਵੀ ਜਿਵੇਂ ਪਾਕਿਸਤਾਨ ਦਾ ਬੜਾ ਫਾਇਦਾ ਹੋ ਰਿਹਾ ਹੈ, ਉੱਥੇ ਵੀ ਕਿਹੋ ਜਿਹਾ ਸਟੇਕ ਹੋਲਡਰ ਬੈਠਾ ਹੈ ਜਿਹਨੂੰ ਕਸ਼ਮੀਰ ਦੇ ਵਿੱਚ ਇਸ ਕਿਸਮ ਦੀ ਹਿੰਸਾ ਤੇ ਨਿਤ ਦੀਆਂ ਲਾਸ਼ਾਂ ਬੜੀਆਂ ਚੰਗੀਆਂ ਲੱਗ ਰਹੀਆਂ ਨੇ। ਚੰਗੀਆਂ ਲੱਗਣ ਦੀਆਂ ਕਿਉਂਕਿ ਤਾਂ ਲੱਗਦਾ ਹੀ ਹੈ ਉਸੇ ਦੀ ਉਹ ਕਰ ਰਹੇ ਇਸ ਪਾਕਿਸਤਾਨ ਦੇ ਨਾਲ, ਕਿਉਂਕਿ ਜਿਹੜੇ ਪਾਕਿਸਤਾਨ ਨੂੰ ਉਹ ਵਾਲਾ ਉਹ ਕਿਹੜਾ ਜਵਾਬ ਮੂੰਹ ਤੋੜ ਜਵਾਬ ਦੇਣਾ ਚਾਹ ਰਹੇ ਨੇ, ਉਹ ਕਿਉਂ ਫਿਰ ਪਾਕਿਸਤਾਨ ਦੇ ਫਾਇਦੇ ਕਰਦੇ ਫਿਰਦੇ ਨੇ? ਇੱਥੇ ਬਹਿਸ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਸ਼ਮੀਰ ਦੇ ਹਾਲਾਤ ਦੇ ਉੱਤੇ ਤੇ ਚਰਚਾ ਵਿੱਚ ਇਹ ਸੋਚ ਰਹੇ ਹਾਂ ਕਿ ਕੀ ਪਾਕਿਸਤਾਨ ਨੂੰ ਵੀ ਬਹੁਤ ਸਾਰਾ ਫਾਇਦਾ ਨਹੀਂ ਹੋ ਰਿਹਾ ਇਸ ਵਾਇਲੈਂਸ ਦਾ। ਗੋਬਿੰਦ ਠੁਕਰਾਲ ਜੀ, ਪਾਕਿਸਤਾਨ ਦੇ ਵਿੱਚ ਤਾਂ ਆਰਮੀ ਦੀ ਇਹ ਬੜੀ ਸਖਤ ਨੀਡ ਹੈ, ਉੱਥੋਂ ਦੀ ISI ਦੀ, ਤੇ ਜਿਹੜੇ ਸਾਡੇ ਖਾਸ ਕਿਸਮ ਦੇ ਮਿੱਤਰ ਉੱਥੇ ਬੈਠੇ ਨੇ ਸਾਡੇ ਨਾਲ ਜ਼ਿਆਦਾ ਕੁਝ ਮੁਹੱਬਤ ਰੱਖਦੇ ਨੇ, ਵੇਲੇ ਕੁਵੇਲੇ ਮਿਲਣ ਵਾਲਿਆਂ ਨੂੰ ਵੀ ਭੇਜਦੇ ਰਹਿੰਦੇ ਨੇ, ਅੱਧੀ ਰਾਤ ਨੂੰ ਕਦੀ ਪਠਾਨਕੋਟ ਕਦੀ ਉਰੀ ਤੇ ਨਿੱਤ ਦਿਨ ਕਸ਼ਮੀਰ। ਉਹ ਤੇ ਜੇ ਇਸ ਕਿਸਮ ਦੀ ਵਾਇਲੈਂਸ ਹੁੰਦੀ ਰਹੇਗੀ ਤੇ ਇਹ ਤਾਂ ਰੀਇਨਫੋਰਸ ਕਰਦੀ ਹੈ ਕਿ ਦੇਖੋ ਜੀ ਅਸੀਂ ਹੀ ਬਚਾਵਨਹਾਰ ਆ, ਤੁਹਾਡੇ ਆਰਮੀ ਹੀ ਸੇਵੀਅਰ ਹੈ, ਤੇ ਨਾਲੇ ਇੰਟਰਨੈਸ਼ਨਲ ਕਮਿਊਨਿਟੀ ਦਾ ਸਾਰਾ ਧਿਆਨ ਪਾਕਿਸਤਾਨ ਦੇ ਆਰਮੀ ਵੱਲ ਜਾਵੇਗਾ, ਇਸ ਫਲੈਸ਼ ਪੁਆਇੰਟ ਵੱਲ ਜਾਵੇਗਾ ਕਿ ਦੋ ਨਿਊਕਲੀਅਰ ਪਾਵਰਸ ਦੇ ਵਿੱਚ ਕਸ਼ਮੀਰ ਦੇਖੋ ਐਡਾ ਵੱਡਾ ਡਿਸਪਿਊਟ ਹੈ, ਰੋਜ਼ ਉਸ ਡਿਸਪਿਊਟ ਦਾ ਸਾਈਜ਼ ਜਿਹੜਾ ਹੈ ਉਹ ਵੱਡਾ ਦਿਸਦਾ ਹੈ ਤੇ ਪ੍ਰੋਬਲਮ ਕੰਪਲੈਕਸ ਦਿਸਦੀ ਹੈ। ਸੋ ਉਧਰ ISI ਦੀ ਸ਼ਕਤੀ ਵੱਧਦੀ ਹੈ ਤੇ ਇਧਰ ਨੈਸ਼ਨਲਿਸਟ ਦੀ। ਇੱਕ ਗੱਲ ਥੋੜੀ ਕਲੀਅਰ ਕਰਦੀ ਹੈ, ਜਦੋਂ ਮੈਂ ਇਕਨੋਮਿਕ ਡਿਵੈਲਪਮੈਂਟ ਦੀ ਤੇ ਸੋਸ਼ਲ ਡਿਵੈਲਪਮੈਂਟ ਦੀ ਗੱਲ ਕੀਤੀ ਜੀ ਪਿਛਲੇ ਸੈਗਮੈਂਟ ਜੀ, ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਆਇਡੈਂਟੀਟੀ ਪੋਲਿਟਿਕਸ ਦੀ ਜੀ। ਇਹ ਦੋਵੇਂ ਆਪਸ ਵਿੱਚ ਮਿਲੀਆਂ ਹੋਈਆਂ ਨੇ, ਇਹਨਾਂ 'ਚ ਕੋਈ ਇੰਨਾ ਪਾੜਾ ਨਹੀਂ ਹੈ ਆਪਸ ਦੇ ਵਿੱਚ ਵੀ ਇੱਕ ਹੋਏਗੀ ਦੂਜੀ ਨਹੀਂ। ਹਾਂ, ਐਕਸਕਲੂਸਿਵ ਨਹੀਂ ਹੈਗੇ ਨੇ, ਇੱਕ ਤਾਂ ਗੱਲ ਹੈ। ਦੂਜੀ ਗੱਲ ਜਿਹੜੀ ਤੁਸੀਂ ਪਾਕਿਸਤਾਨ ਦੀ ਕੀਤੀ, ਉੱਥੇ ਆਰਮੀ ਦਾ ਵੈਸਟਡ ਇੰਟਰਸਟ ਹੈ। ਆਰਮੀ ਉੱਥੋਂ ਦੀ ਇਕਨੋਮਿਕ ਪਾਵਰ ਨੂੰ ਵੀ ਕੰਟਰੋਲ ਕਰਦੀ ਹੈ, ਬਿਜ਼ਨਸ ਨੂੰ ਕੰਟਰੋਲ ਕਰਦੀ ਹੈ। ਤੁਸੀਂ ਦੇਖੋ ਪਾਕਿਸਤਾਨ ਚਲਾਉਂਦੀ ਹੈ, ਤੁਸੀਂ ਦੇਖੋ ਇਸ ਵੇਲੇ 50% ਰੇਲਵੇ ਲਾਈਨਸ ਬੰਦ ਨੇ, ਔਰ ਉੱਥੇ ਨਾਰਾ ਇਹ ਲੱਗ ਰਿਹਾ ਹੈ ਵੀ ਖੰਭੇ ਪੱਟ ਦਿਓ, ਰੇਲਾਂ ਪੱਟ ਦਿਓ, ਜੇ ਲੋੜ ਹੀ ਨਹੀਂ ਹੈਗੀ। ਲੋਕਾਂ ਨੇ ਵੈਸੇ ਸਟੇਸ਼ਨਾਂ ਤੇ ਕਬਜ਼ੇ ਕਰ ਲਏ ਨੇ, ਘਰ ਬਣਾ ਲਏ ਨੇ, ਰੇਲ ਲਾਈਨਾਂ ਪੱਟਦੀਆਂ ਨੇ ਕਿਉਂਕਿ ਰੇਲ ਨਹੀਂ ਚੱਲਦੀ। ਠੀਕ ਹੈ, ਉਹ ਤਾਂ ਨਵਾਜ਼ ਸ਼ਰੀਫ ਵਰਸਸ ਸੁਪਰੀਮ ਕੋਰਟ ਚੱਲ ਰਹੀ ਨਾ। ਨਵਾਜ਼ ਸ਼ਰੀਫ ਹੁਣ ਬੋਲੇ ਆ ਕਿ ਬੰਬਈ ਵਾਲਾ ਕਾਰਾ ਨਹੀਂ ਸੀ ਹੋਣਾ ਚਾਹੀਦਾ। ਇਹ ਅਸੀਂ ਕੀ ਕਰਾਇਆ, ਇਹ ਖੁੱਲੀ ਹੈ ਜਦੋਂ ਤੁਹਾਨੂੰ ਇਲੈਕਸ਼ਨ ਲੜਨ ਤੋਂ ਬੈਨ ਕਰਤਾ ਗਿਆ, ਜਦੋਂ ਸੁਪਰੀਮ ਕੋਰਟ ਤੇ ਆਰਮੀ ਇਕੱਠੀ ਹੋ ਗਈ ਤੇ ਪੋਲਿਟਿਕਸ ਨੂੰ ਉਹਨਾਂ ਨੇ ਬਿਲਕੁਲ ਨੇਗੇਟ ਕਰਕੇ ਪਰੇ ਮਾਰਿਆ। ਹੁਣ ਸਾਰੇ ਹੀ ਉਹਦੀ ਮਤਲਬ ਡਿਪੈਂਡ ਕਰ ਰਹੇ ਨੇ, ਉਹਦੇ ਰਹਿਮੋ ਕਰਮ ਤੇ ਨੇ, ਆਰਮੀ ਦੇ ਤੇ ਸੁਪਰੀਮ ਕੋਰਟ ਦੇ ਰਹਿਮੋ ਕਰਮ ਤੇ ਉੱਥੋਂ ਦੀ ਪੋਲਿਟਿਕਸ ਚੱਲ ਰਹੀ ਹੈ। ਤੁਸੀਂ ਉੱਥੋਂ ਦੇ ਚੰਗੇ ਅਖਬਾਰ ਜਿਹੜੇ ਲਿਖਦੇ ਨੇ, ਡਾਊਨ ਵਗੈਰਾ ਜਾਂ ਨਿਊਜ਼ ਟਾਈਮ ਵਗੈਰਾ ਲਿਖਦੇ ਨੇ, ਉਹ ਪੜ੍ਹ ਕੇ ਵੇਖੋ ਲਿਖਿਆ ਕੀ ਹੁੰਦਾ। ਸਵਾਲ ਹੈ ਵੀ ਅਸੀਂ ਕਿਹਦੀ ਮਦਦ ਕਰ ਰਹੇ ਹਾਂ, ਸਾਡੇ ਚੋਂ ਕਿਹਦੀ ਮਦਦ ਕਰ ਰਹੇ ਹਾਂ। ਇਹ ਦੋ ਕੰਪੀਟਿੰਗ ਆਈਡੀਓਲੋਜੀਜ਼ ਨੇ, ਕਮਿਊਨਲਿਜ਼ਮ ਦੀਆਂ, ਡਿਵੀਜ਼ਨ ਦੀਆਂ, ਸੂਡੋ ਨੈਸ਼ਨਲਿਜ਼ਮ ਦੀਆਂ, ਦੋ ਕੰਪੀਟਿੰਗ ਆਈਡੀਓਲੋਜੀਜ਼ ਨੇ, ਦੋਵੇਂ ਪਾਸੇ ਪ੍ਰੋਸਪਰ ਕਰ ਰਹੀਆਂ ਨੇ। ਉਹਦੇ ਚੋਂ ਤੁਹਾਨੂੰ ਇਹ ਹੱਲ ਲੱਭਣਗੇ ਨਹੀਂ ਕਿਸੇ ਵੇਲੇ। ਪਰ ਵਿਪਨ ਬੱਬੀ ਜੀ, ਜਿਸ ਵੇਲੇ ਅਸੀਂ ਰੋਜ਼ ਪਾਕਿਸਤਾਨ ਦੇ ਉੱਤੇ ਅਟੈਕ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਉਹ ਮੂੰਹ ਤੋੜ ਜਵਾਬ ਤੁਹਾਡਾ ਦਿਆਂਗੇ, ਤੁਸੀਂ ਗੋਲੀਬਾਰੀ ਕਰੋਗੇ ਤਾਂ ਅਸੀਂ ਸਰਜੀਕਲ ਸਟ੍ਰਾਈਕ ਵੀ ਕਰ ਸਕਦੇ ਹਾਂ, ਤੇ ਨਿਊਕਲੀਅਰ ਪਾਵਰ ਅਸੀਂ ਹੈਗੇ ਆ, ਬੰਬ ਉਹਨਾਂ ਕੋਲ ਜੇ ਡਰਾਨ ਨਹੀਂ ਹੈਗਾ ਤਾਂ ਬੰਬ ਸਾਡੇ ਕੋਲ ਵੀ ਹੈਗਾ। ਹੁਣ ਐਨਵਰਸਰੀ ਚੱਲ ਰਹੀ ਹੈ ਉਹਨਾਂ ਪੋਖਰਾਨ ਦੀ, ਅੱਜ ਕੱਲ੍ਹ ਤਾਂ 20 ਸਾਲ ਹੋ ਗਏ ਨੇ ਬੰਬ ਸਾਨੂੰ ਵੀ ਟੈਸਟ ਕੀਤਿਆਂ ਨੂੰ। ਤੁਹਾਨੂੰ ਜਾਪਦਾ ਹੈ ਕਿ ਲੋਕਾਂ ਦੀ ਜਿਹੜੀ ਇਹ ਸ਼ਕਤੀ ਹੁੰਦੀ ਹੈ ਨਾ ਸਹਿਣ ਦੀ ਦਰਦ, ਕਿਉਂਕਿ ਹਰ ਰੋਜ਼ ਕਦੀ ਬਾਰਡਰ ਦੇ ਲੋਕ ਵਿਚਾਰੇ ਉੱਧਰ ਜਾ ਰਹੇ ਨੇ, ਨਾ ਉੱਥੇ ਰਹਿਣ ਨੂੰ ਆ, ਹਰੇਕ ਨੂੰ ਪਤਾ ਵੀ ਆਂਦੀ ਹੋਈ ਸ਼ੈਲ ਦੀ ਆਵਾਜ਼ ਕਿਹੋ ਜਿਹੀ ਹੁੰਦੀ ਆ, ਕਿ ਲੋਕਾਂ ਦੇ ਘਰ ਅੱਗੇ ਗੋਲੀਆਂ ਦੇ ਨਿਸ਼ਾਨ ਦਿਸ ਰਹੇ ਹੁੰਦੇ ਨੇ। ਲੋਕ ਅਖਬਾਰਾਂ ਵਿੱਚ ਮੈਂ ਕਈ ਵਾਰੀ ਫੋਟੋਆਂ ਦੇਖਦਾ, ਲੋਕ ਗੋਲੀਆਂ ਦੇ ਨਿਸ਼ਾਨ ਦਿਖਾ ਰਹੇ ਨੇ ਕੰਧਾਂ ਦੇ ਉੱਤੇ। ਇਹ ਜਿਹੜੀ ਲੋਕਾਂ ਦੀ ਦੇਸ਼ ਦੀ ਸਹਿਣ ਸ਼ਕਤੀ ਹੈ, ਦਰਦ ਨੂੰ ਸਹਿਣ ਦੀ, ਇਹ ਹਰ ਰੋਜ਼ ਵੱਧਦੀ ਜਾਂਦੀ ਹੈ ਤੇ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਉਹ ਮੂੰਹ ਤੋੜ ਜਵਾਬ ਦੇ ਰਹੀਆਂ ਹੁੰਦੀਆਂ ਨੇ। ਇਹਦੇ 'ਚ ਪਾਕਿਸਤਾਨ ਦਾ ਵੀ ਫਾਇਦਾ ਹੁੰਦਾ ਤੇ ਦੇਸ਼ ਦੇ ਵਿੱਚ ਇੱਕ ਨੈਸ਼ਨਲਿਸਟ ਜਿਹੜੀ ਫਰਵਰ ਹੈ ਉਹ ਵੀ ਬਣੀ ਰਹਿੰਦੀ ਹੈ। ਤੇ ਇਹ ਗੱਲ ਬਿਲਕੁਲ ਕਲੀਅਰ ਹੈ ਅੱਜ ਦੀ ਸਿਆਸਤ ਦੇ ਵਿੱਚ ਕਿ ਇਹਦਾ ਵੋਟਾਂ ਦੇ ਵਿੱਚ ਵੀ ਫਾਇਦਾ ਹੁੰਦਾ। ਫਿਰ ਇਨਸੈਂਟਿਵ ਕਿਹਦੇ ਕੋਲ ਹੈ? ਮੈਂ ਚਿਦੰਬਰਮ ਜੀ ਦੇ ਲੇਖ ਦਾ ਇਹਨਾਂ ਨੇ ਸਾਰਾ ਲਿਆ ਸੀਗਾ, ਇਹਨਾਂ ਨੇ ਰੈਫਰੈਂਸ। ਉਹਨਾਂ ਨੇ ਕਿਹਾ ਕਿ ਕਸ਼ਮੀਰ ਦੀ ਵੈਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ ਹੁਣ, ਤੇ ਉਹਦੀ ਸਿੰਸੈਰਿਟੀ ਤੇ ਸਭ ਨੂੰ ਸ਼ੱਕ ਹੈ। ਕੀ ਤੁਸੀਂ ਇਹਦੇ ਨਾਲ ਮੁਤਫਿਕ ਹੋ? ਦੇਖੋ ਜੀ, ਪਹਿਲੇ ਤਾਂ ਇਹ ਕਿ ਸਭ ਤੋਂ ਬੜਾ ਵੱਡਾ ਬਲੰਡਰ ਇਹ ਹੋਇਆ ਹੈ ਕਿ ਜਦ PDP ਔਰ BJP ਜਸਟ ਬਿਕੋਜ਼ ਕਿ ਉਹ ਚਾਹੁੰਦੇ ਸੀ ਕਿ ਅਸੀਂ ਇਸ ਸਟੇਟ ਪਾਵਰ ਦੇ ਨਹੀਂ ਹੈਗੀ, ਨਾਟ ਐਟ ਆਲ, ਦੋਨੋਂ ਇਹਨਾਂ ਨੂੰ ਅੱਜ ਹੀ ਛੱਡ ਦੇਣਾ ਚਾਹੀਦਾ, ਟੋਟਲੀ 100% ਛੱਡ ਦੇਣਗੇ, ਅੱਜ ਨਿਕਲ ਛੱਡ ਦੇਣਗੇ। 3 ਸਾਲ ਹੋ ਗਏ ਮੇਰੇ ਖਿਆਲ, ਪਤਾ ਨਹੀਂ ਕਿੰਨੇ ਹੋ ਗਏ, ਦਿਨ ਹੋ ਗਏ, ਬਟ ਬਹੁਤ ਬਿਲਕੁਲ ਟੋਟਲੀ ਡਾਈਵਰਸ ਚੀਜ਼ਾਂ ਹੈ ਦੋਨੋਂ। ਹਾਊ ਕੈਨ ਦੇਰ ਸਟ੍ਰੇਂਜ ਬੈਡ ਪਾਰਟਨਰ, ਜਿਹਨੂੰ ਇੰਗਲਿਸ਼ ਦੇ ਵਿੱਚ ਫਰੇਜ਼ ਕਹਿੰਦੇ ਆ, ਕਿ ਇਹ ਕਿਸ ਤਰ੍ਹਾਂ ਹੋ ਸਕਦੇ ਹੈ ਇਕੱਠੇ। ਤੁਸੀਂ ਇਹਨਾਂ ਦੋ ਚੀਜ਼ਾਂ ਦੇ ਅਸੀਂ ਸਾਰੇ ਸਹਿਮਤ ਹਾਂ ਕਿ ਆਰਮੀ ਚੀਫ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀਗਾ ਕਿ ਆਜ਼ਾਦੀ ਭੁੱਲ ਜਾਓ। ਇਹ ਕੋਈ ਪੋਲੀਟੀਸ਼ੀਅਨ ਕਹਿੰਦਾ ਤੇ ਗੱਲ ਸਮਝ ਆਉਂਦੀ ਹੈ, ਆਰਮੀ ਚੀਫ ਇਹ ਪੋਲੀਟੀਕਲ ਸਟੇਟਮੈਂਟ ਕਿਉਂ ਦੇ ਰਿਹਾ? ਸਾਡਾ ਆਰਮੀ ਚੀਫ ਇਹ ਕਰ ਰਿਹਾ ਕਿ ਅਸੀਂ ਮਾਰ ਦਾਂਗੇ, ਅਸੀਂ ਟੈਂਕ ਨਹੀਂ ਚਲਾਏ, ਅਸੀਂ ਸੀਰੀਆ ਦੇ ਨਹੀਂ ਬਣਾਏ, ਉਹ। ਔਰ ਉਹਨਾਂ ਦਾ ਜਿਹੜਾ ਆਰਮੀ ਚੀਫ ਹੈ ਉਹ ਕਹਿੰਦਾ ਕਿ ਮੈਂ ਤਾਂ ਗੱਲਬਾਤ ਨੂੰ ਵੀ ਤਿਆਰ ਹਾਂ। ਉਹਦਾ ਸਿੱਧੇ ਨੈਰੇਟਿਵ, ਉਹ ਤਾਂ ਕਹਿੰਦਾ ਕਿ ਜੋ ਵੀ ਕਹਿੰਦਾ, ਲੇਕਿਨ ਗੱਲਬਾਤ ਨੂੰ ਤਿਆਰ ਹੈ, ਬੰਦੇ ਭੇਜਦੇ ਆ ਅੱਧੀ ਰਾਤ ਨੂੰ, ਲੇਕਿਨ ਕਹਿ ਰਿਹਾ ਸਾਡਾ ਵਾਲਾ ਕਹਿ ਰਿਹਾ ਕਿ ਨਹੀਂ ਅਸੀਂ ਤਾਂ ਛੱਡਣਾ ਨਹੀਂ ਔਰ ਜਿੱਤ ਨਹੀਂ ਸਕਦੇ। ਉਹ ਸਹੀ ਗੱਲ ਹੈ, ਜਿੱਤ ਨਹੀਂ ਸਕਦੇ ਉਹ, ਲੇਕਿਨ ਇਹ ਕਹਿਣਾ ਕੋਈ ਆਰਮੀ ਚੀਫ ਦੇ ਵਾਸਤੇ ਕੋਈ ਅੱਛੀ ਗੱਲ ਨਹੀਂ। ਤੁਹਾਨੂੰ ਲੱਗਦਾ ਵਨ ਮੇਜਰ ਸੋਲੂਸ਼ਨ ਇਸ ਕਿ ਅਸੀਂ 2 ਸੀਜ਼ਫਾਇਰ ਦੀ ਕੀ ਗੱਲ ਕਰੀਏ ਕਿ ਇੱਕ ਸੀਜ਼ਫਾਇਰ ਤਾਂ ਬਾਰਡਰ ਵਾਲੀ ਜਿਹੜੀ ਦੁਬਾਰਾ ਰੀਇਨਫੋਰਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਕਿਉਂਕਿ ਜਿਸ ਵੇਲੇ ਉਹ ਹੋਈ ਸੀ ਸੀਜ਼ਫਾਇਰ ਤਾਂ ਪਹਿਲਾਂ ਤਾਂ ਕਾਫੀ ਫਾਇਦਾ ਰਿਹਾ। 2012 ਤੱਕ ਵਾਇਲੇਸ਼ਨਸ ਦੀ ਗਿਣਤੀ ਵੀ ਬਹੁਤ ਘੱਟ ਸੀ, ਕਦੀ 50 ਕਦੀ 100 ਕਦੀ 200 ਇੰਨੀਆਂ ਕੋ ਵਾਇਲੇਸ਼ਨ ਸਾਰੇ ਸਾਲ ਹੁੰਦੀਆਂ ਸੀ। ਹੁਣ ਤਾਂ ਇਸੇ ਸਾਲ ਹੀ ਸੈਂਕੜਿਆਂ ਦੀ ਗਿਣਤੀ 700-800 ਵਾਇਲੈਂਸ ਇਸ ਸਾਲ ਦੇ ਵਿੱਚ ਹੋ ਗਈਆਂ।
ਤੁਹਾਨੂੰ ਲੱਗਦਾ ਦੋ ਸੀਜ਼ਫਾਇਰ ਪੋਸੀਬਲੀ ਪੱਬੀ ਸਾਹਿਬ, ਦੋ ਸੀਜ਼ਫਾਇਰ ਕੇ, ਇੱਕ ਬਾਰਡਰ ਤੇ ਇੱਕ ਜਿਹਦੀ ਗੱਲ ਮਹਿਬੂਬਾ ਮੁਫਤੀ ਤੇ ਨੈਸ਼ਨਲ ਕਾਨਫਰੰਸ ਸਾਰੇ ਕਰ ਰਹੇ ਨੇ? ਦੇਖੋ ਇੱਕ ਜੋ ਵੀ ਹੈ ਕੋਸ਼ਿਸ਼ ਇਹ ਰਹਿਣੀ ਚਾਹੀਦੀ ਕਿ ਜਿੰਨਾ ਅਮਨ ਚੈਨ ਹੋ ਸਕੇ ਜਿੱਥੇ ਵੀ ਹੋ ਸਕੇ। ਤਾਂ ਦੋਨੋਂ ਸਾਈਡ ਤੇ ਕੀ ਹੋ ਰਿਹਾ ਕਿ ਜਿਹੜੇ ਗਰੀਬ ਆਦਮੀ ਹੈ ਜਿਹੜੇ ਬਾਰਡਰ ਤੇ ਰਹਿੰਦੇ ਹੈ ਉਹ ਸਭ ਤੋਂ ਜ਼ਿਆਦਾ ਸਫਰਰਸ ਉਹ ਹੈ, ਸਿਵਿਲੀਅਨਸ ਹੈ, ਕੁੜੀਆਂ ਛੋਟੇ ਬੱਚੇ ਹੈ, ਉਹਨਾਂ ਨੂੰ ਗੋਲੀਆਂ ਲੱਗ ਰਹੀਆਂ, ਇੰਜਰਡ ਹੋ ਰਹੇ, ਉਹਨਾਂ ਨੂੰ ਦਵਾਈ ਹੋ ਰਹੀ ਹੈ। ਸੋ ਉਹ ਸਾਰੀਆਂ ਚੀਜ਼ਾਂ ਡੋਨਾਲਡ ਟਰੰਪ ਤਾਂ ਮੈਨੂੰ ਕਿਸੇ ਪਾਸਿਓਂ ਕਦੀ ਕੋਈ ਬਹੁਤ ਜ਼ਿਆਦਾ ਉਹ ਲੱਗਾ ਨਹੀਂ ਕਿ ਬੜਾ ਅਮਨ ਪਸੰਦ ਵਿਅਕਤੀ ਹੈ ਤੇ ਐਡਾ ਕੋਈ ਸਿੰਸੈਰਿਟੀ ਦਾ ਕੰਮ ਕਰੇਗਾ ਕਿ ਨੋਬਲ ਪ੍ਰਾਈਜ਼ ਜਿੱਤ ਲੇਗਾ। ਉਹ ਸੁਣਿਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਆਪਸੀ ਸਮਝੌਤੇ ਵਿੱਚੋਂ ਨੋਬਲ ਪ੍ਰਾਈਜ਼ ਕੱਢਣ ਨੂੰ ਫਿਰਦਾ। ਇਹ ਹੁਣ ਪੂਰੀ ਤਿਆਰੀ ਆ ਉਹਦੀ ਸਿੰਗਾਪੁਰ ਦੇ ਵਿੱਚ ਉਹ ਨਾਰਥ ਕੋਰੀਆ ਦੇ ਕਿਮ ਜੂਨ ਨੂੰ ਮਿਲਣ ਦੀ। ਤੇ ਜੇ ਉਹ ਨਾਰਥ ਕੋਰੀਆ ਤੇ ਸਾਊਥ ਕੋਰੀਆ ਜਿਹੜੇ ਇੱਕ ਦੂਜੇ ਦੇ ਉੱਤੇ ਮਿਜ਼ਾਈਲਾਂ ਦਾਗੀ ਬੈਠੇ ਨੇ ਐਨ ਡਿਸਟੈਂਸ ਹੁੰਦਾ ਕਿ ਇੰਨੇ ਸਕਿੰਟਾਂ ਦੇ ਵਿੱਚ ਆ ਜਾਏਗੀ ਤੇ ਉਹ ਨਿਊਕਲੀਅਰ ਬੰਬ ਬਣਾਉਣ ਵਾਲੇ ਪਾਸੇ ਨੂੰ ਅੱਗੇ ਤੁਰ ਰਿਹਾ ਨਾਰਥ ਕੋਰੀਆ, ਜੇ ਉਹ ਜਫੀਆਂ ਪਾ सकते हैं तो ਅਸੀਂ ਇਸ ਹਾਲਾਤ ਦੇ ਵਿੱਚ ਕਿਉਂ खड़े हैं? नहीं, नॉर्थ कोरिया साउथ कोरिया चलो अभी यहाँ पे हम बात ना करें क्योंकि वहाँ एक डिक्टेटर है और एक सेमी डेमोक्रेसी है ना, दोनों समझौता कर रहे हैं, वो समझौता कर रहे हैं। तो उनकी तो समझौते तो मैं ज्यादा मतलब अहमियत नहीं देता। कश्मीर पे मुझे ये लगता है कि पाकिस्तान वाला जो मामला है वो उतना ज्यादा संगीन मामला नहीं है। अभी मुझे लगता है सबसे बड़ी प्रॉब्लम क्या है, जैसे सीज फायर की हम बात कर रहे हैं, नहीं सीज फायर की जो हम बात कर रहे हैं ना, इसमें मुझे एक समस्या ये नजर आती है कि सीज फायर की आप बात करो, चंगी बात लगती है अभी जो कश्मीर में, नहीं इंटरनल सीज फायर वर्सेस मिलिटेंट्स। इसमें मुझे लगता है कि आज कश्मीर में जो लीडरशिप की जो क्राइसिस है, आज गिलानी जी हैं या मीरवाइज हैं, दे डू नॉट हैव अ होल्ड ओवर द यूथ। आज निकल गया ना, एक ऑटोनमस चल रहा है, कंट्रोल नहीं आज ये कोई ऑर्गेनाइज्ड लीडरशिप नहीं है। जमहूरियत जो ये जो आपकी हुर्रियत थी, हुर्रियत का कोई होल्ड नहीं है आज। हुर्रियत इज आल्सो हैविंग अ स्टेबिलिटी क्राइसिस। इज दैट अ प्रॉब्लम? पाकिस्तान सरकार कहती है कि नॉन स्टेट एक्टर है जी, साडी नहीं सुन दे। एक गल और भी है, गिलानी साइडलाइन आज हुण चले गए, हुर्रियत आज पूरी तरह से आज भी कैलेंडर गिलानी दा फॉलो हुंदा है। नहीं वो अलग बात है, जाम रहे नहीं देखिए ਤੁਸੀਂ ਇਹ ਨਹੀਂ ਕਹਿ ਸਕਦੇ ਉਹਨੂੰ ਕਿ ਉਹ ਨਹੀਂ ਹੈ। नहीं हमीर जी, हुर्रियत ਇਦੋਂ ਪਹਿਲਾਂ ਤੋਂ ਲੈ ਕੇ ਇੱਕ ਪੋਲੀਟੀਕਲ ਫੇਸ ਹੈ जिनके हाथ में बंदूक है, जिनके हाथ में बंदूक है। ਮੈਂ ਤੁਹਾਨੂੰ ਸਾਰਿਆਂ ਨੂੰ ਸਵਾਲ ਪੁੱਛਦਾ ਵੀ ਸੀਜ਼ ਫਾਇਰ ਦੀ ਗੱਲ ਸਾਰੇ ਕਰ ਰਹੇ ਆ, ਉੱਥੋਂ ਦੀ ਪਾਰਟੀ ਨੇ ਮੰਗ ਲਈ ਸੀਜ਼ ਫਾਇਰ ਕਰੋ, ਸੀਜ਼ ਫਾਇਰ ਕਿਸੇ ਦੋ ਪਾਰਟੀ 'ਚ ਐਗਰੀਮੈਂਟ ਹੋਏਗਾ ਨਾ, ਦੋ ਤਰ੍ਹਾਂ 'ਚ ਗੱਲ ਹੋਏਗੀ। कौन बोलेगा? वही आप समझो ना इसको। ਬਿਲਕੁਲ गिलानी ਰਿਪਰੈਜ਼ੈਂਟ ਕਰੇ ਉਹਨਾਂ ਨੂੰ। गिलानी ਉਹਨਾਂ ਦੋਨਾਂ ਧਿਰਾਂ 'ਚ ਹੁੰਦਾ। ਜੇ ਨਾਗਾਲੈਂਡ 'ਚ ਸੀਜ਼ ਫਾਇਰ ਹੋਈ ਤਾਂ ਉਹਨਾਂ ਨੂੰ ਬੁਲਾਇਆ, ਨੈਗੋਸ਼ੀਏਸ਼ਨ ਹੋਈ, ਗੱਲ ਹੁੰਦੀ ਹੈ। ਉਨਸੇ ਬਾਤ ਤੇ ਜੇ ਪੰਜਾਬ ਦੇ ਵਿੱਚ ਇੰਨੇ ਵਾਰ ਗੱਲ ਕਰਕੇ ਸੀਜ਼ ਫਾਇਰ ਕਰਨ ਦੀ ਟਰਾਈ ਹੋਈ ਤਾਂ ਗੱਲ ਹੁੰਦੀ ਹੈ। ਗੱਲ ਕਿਉਂ ਨਹੀਂ ਹੋ ਸਕਦੀ? ਮਤਲਬ ਕੋਈ ਵੀ ਧਿਰ ਹੈ ਜਿਹੜੀ ਸੀਜ਼ ਫਾਇਰ ਦੇ ਦੋਚ ਕਰੋਗੇ ਤਾਂ ਇਹਦੇ 'ਚ ਪ੍ਰੋਬਲਮ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇੱਕ ਅਨਲਿਮਿਟਿਡ ਫਰਮ ਹੈ। नहीं है हमीर जी, मैं ये नहीं कह रहा कि गलबात नहीं जाएगा सीज फायर नहीं, मैं ये नहीं कह रहा गलबात नहीं होएगी। किससे आप गलबात करोगे? अगली गल ये है कि ਜਿਹੜਾ ਅਸੀਂ ਇਹ ਕਹਿ ਰਹੇ ਹਾਂ ਨਾ ਕਿ ਪਾਕਿਸਤਾਨ ਦਾ ਅਜੇ ਨਹੀਂ ਹੈ ਉਸ ਲੈਵਲ ਦਾ ਗੱਲ, ਉਸ ਲੈਵਲ ਦੀ ਪ੍ਰੋਬਲਮ ਕਿਉਂ ਨਹੀਂ ਹੈ? ਔਰ ਪਾਕਿਸਤਾਨ ਤਾਂ ਸਾਰ ਰੱਖਦੇ ਤਾਂ ਰੂਪ ਦੇ ਵਿੱਚ ਦੇਖ ਰਿਹਾ ਕਸ਼ਮੀਰ ਨੂੰ, ਪਾਕਿਸਤਾਨ ਤਾਂ ਖੁਦ ਹੀ ਇੰਪੋਜ਼ ਕਰ रहा है और इसलिए वो इंटरवेंशन करदा और करेगा ही करेगा। और जितनी चल रही है नहीं, मैं जो कहना चाह रहा हूँ आप समझो बात को। मेरी बात सुन लो आप पहले प्लीज। मैं ये कह रहा हूँ कि पाकिस्तान तो एक ट्रबल मेकर है ही। पाकिस्तान की जो पॉलिटिकल इकोनॉमी ऑफ डिफेंस है, आर्मी नीड्स कश्मीर प्रॉब्लम टू बी देयर। वो पाकिस्तानी आर्मी को सूट करता है, इंडियन आर्मी को मैं नहीं समझता सूट करता है। दूसरी गल मेरी बात तो इंडियन आर्मी भी एक चौथा फ्रीक हो गया कश्मीर में। और दैट्स अ वेरी इंपॉर्टेंट थिंग। ए हमीर जी देखो की नहीं एक गल ਜਿਹੜੀ हमीर जी कह रहे हैं कि हिंदुस्तान दी आर्मी एक इंडिपेंडेंट स्टेक होल्डर चौथा कश्मीर ਦੀ ਫਸਲ ਵਿੱਚ ਆ ਰਿਹਾ ਹੈ। ਜਦੋਂ ਵੀ ਐਕਸਪਰਟ ਤੇ ਗੱਲ ਹੁੰਦੀ ਹੈ, ਜਦੋਂ ਕਿਸੇ ਤੇ ਗੱਲ ਹੁੰਦੀ ਹੈ ਤਾਂ ਆਰਮੀ ਬੋਲਦੀ है। ये मैं इससे सहमत नहीं हूँ, मैं इससे सहमत नहीं हूँ। ऐसे ਉਸ ਸਟੇਜ ਤੇ ਅਸੀਂ ਹਾਲੇ ਨਹੀਂ ਪਹੁੰਚੇ ਵੀ ਜਿੱਥੇ ਉਹ ਸਟੇਕ ਹੋਲਡਰ ਬਣ ਕੇ ਉਸ ਸਟੇਜ ਤੇ ਘੁੰਮਦੇ ਫਿਰਦੇ ਜਿੱਥੇ ਇੱਕ ਇੰਟਰਲੋਕੂਟਰ ਲੱਭਿਆ, ਕੀ ਨਾਮ ਉਹਨਾਂ ਦਾ, ਦਿਨੇਸ਼ਵਰ ਸ਼ਰਮਾ ਜੀ, ਉਹ ਪਤਾ ਹੀ ਨਹੀਂ ਕਿੱਥੇ ਗਵਾਚੇ ਹੋਏ ਨੇ। ਉੱਥੇ ਜਲੂਸ ਨਿਕਲ ਰਹੇ ਨੇ, ਗੋਲੀਆਂ ਚੱਲ ਰਹੀਆਂ, ਲਾਸ਼ਾਂ ਰੋਜ਼ ਦਬੀਆਂ ਜਾ ਰਹੀਆਂ ਨੇ, ਆਰਮੀ ਟੈਂਕ ਲਿਆਂਦੀਆਂ ਗੱਲਾਂ ਕਰਦੀ ਹੈ। ਦੋ ਹੱਥ ਖੜੇ ਕਰਤੇ ਉਹ ਵੀ ਚੋਇਸ ਇਸ ਤਰ੍ਹਾਂ ਦੀ ਹੈ। ਦਿਨੇਸ਼ਵਰ ਸ਼ਰਮਾ ਦੇ ਆਖਰੀ ਬਿਆਨ ਉਹਨਾਂ ਦਾ ਛਪਿਆ ਕੱਲ ਸ਼ਾਮੀ। मुझे तो लगता है ना, देखिए ਕੱਲ ਸ਼ਾਮੀ ਆਖਰੀ ਬਿਆਨ ਛਪਿਆ, ਉਹ ਕਹਿੰਦੇ ਵੀ ਸਿਚੁਏਸ਼ਨ ਖਰਾਬ हो गई है तो मैं दोबारा कश्मीर जा रहा हूं। मुझे जो लगता है कि जो डायलॉग की बात होती है ना, ये लीडरशिप को आप अलग रखो,
आप ऑर्डिनरी यूथ जो है ना कॉलेजेस में, यूनिवर्सिटी में, स्कूल्स में, उनसे आप बात करो। ऑर्डिनरी यूथ है सारा है ना, जेडे MBA MPhil नेट क्लियर UGC नहीं तो हाँ, इनसे आप बात करो ना, ये लीडर तो नहीं है ना, ये कोई वोट तो नहीं मानने जा रहे हैं, इंटरेस्टेड है क्योंकि हिंदुस्तान दी सरकार ऐसा आप नहीं कर सकते। नवी दिल्ली अपना विसाख हुआ चुके ने, इसलिए कि इमेजिनेटिव पॉलिटिक्स गलबात बिल्कुल इमेजिनेटिव ਕਿਸੇ ਵੀ ਗੱਲਬਾਤ ਲਈ ਕੋਈ ਭਰੋਸਾ ਬਿਲਡ ਤਾਂ ਕਰਨਾ ਹੀ ਪੈਂਦਾ ਨਾ, ਹਰ ਕੁਝ ਕਦਮ ਉਠਾਉਣੇ ਪੈਂਦੇ कोई स्टेटसमैनशिप तो चाहे दिखाओ। ਤੁਸੀਂ ਕੋਈ ਬੰਦੇ ਰਿਹਾ कैसे ਕਰਦੇ बातचीत नहीं हो सकती? आप कॉलेज जाओगे, आप बात करोगे, नहीं सुनेंगे बिल्कुल बिल्कुल समा खत्म है, पर दोनों गल्लां ने, एक तो स्टेटसमैनशिप ਜਿਹੜੀ ਸਰਕਾਰ ਇਹ ਦਿਖਾਵੇ, ਸਿਆਸਤਦਾਨ ਸਾਡੇ ਦਿਖਾਣ, तमाम ਪਾਰਟੀਆਂ ਦੇ ਦਿਖਾਣ, ਤੇ ਲੈਜੀਟੀਮੇਟ ਪੋਲਿਟਿਕਸ ਹੋਵੇ ਉਤੇ PDP ਐਂਡ BJP ਟਾਈਪ ਜਿਹੜੀ ਇਲੈਜੀਟੀਮੇਟ ਜੀ ਸਰਕਾਰ ਹੈ, ਇਹ ਉੱਤੇ ਆਪਣਾ ਭਰੋਸਾ ਬਿਲਕੁਲ ਪਾ ਚੁੱਕੀ ਹੈ। ਇਹ ਤਾਂ ਕੱਲ ਦੀ ਜਾਂਦੀ ਅੱਜ ਜਾਣੀ ਚਾਹੀਦੀ। ਤੁਸੀਂ ਕਸ਼ਮੀਰ ਨੂੰ ਬਚਾਉਣਾ, ਆਪੋਰਚੁਨਿਜ਼ਮ ਖਤਮ ਕਰੋ, ਕਸ਼ਮੀਰ ਵਾਲਿਆਂ ਨੂੰ ਸਾਰੀ ਪਾਰਟੀ ਇੱਕ ਗੱਲ ਸਿੱਖਣੀ ਚਾਹੀਦੀ ਹੈ ਕਿ ਕੋਈ ਧਰਮ ਤੇ ਕੋਈ ਸਿਆਸਤ ਲੋਕਾਂ ਦੀ ਤੇ ਮਾਸੂਮ ਲੋਕਾਂ ਦੀ ਜਾਨ ਲੈ ਕੇ ਉਹਦੇ ਤੇ ਨਹੀਂ ਖੜ ਸਕਦਾ, ਕਿਸੇ ਵੀ ਰੂਪ ਦੇ ਵਿੱਚ ਉਹਨੂੰ ਡਿਫੈਂਡ ਨਹੀਂ ਕੀਤਾ ਜਾ ਸਕਦਾ। ਤੇ ਤੁਸੀਂ ਜਿਹੜੇ ਆਪਣੇ ਨੌਜਵਾਨ ਦੀਆਂ ਸੋਚਦੇ ਹੋ ਅਸੀਂ ਬਲੀ ਦੇ ਰਹੇ ਹਾਂ ਤੇ ਉਹ ਬਹਾਦਰੀ ਦਾ ਕੰਮ ਕਰ ਰਹੇ ਨੇ, ਬੰਦੂਕ ਮੋਢੇ ਦੇ ਉੱਤੇ ਚੱਕ ਕੇ, ਤੇ ਇੱਕ ਨਵੀਂ ਪੀੜ੍ਹੀ ਮਿਲੀਟੈਂਸੀ ਨੂੰ ਐਂਟਰ ਕਰ ਰਹੀ ਹੈ, ਇਹ ਰਸਤਾ ਵੀ ਕਿਤੇ ਨਹੀਂ ਜਾਣਾ, ਇਹ ਰਸਤਾ ਵੀ ਕਿਤੇ ਨਹੀਂ ਜਾਣਾ। ਇਹ ਆਵੇ ਕੱਲ ਨੂੰ ਤੁਸੀਂ ਜਿਹੜੇ ਆਰਮੀ ਚੀਫ ਵਿਪਨ ਰਾਵਤ ਦੀ ਗੱਲ ਨੂੰ ਸਹੀ ਲੋਕਾਂ ਨੂੰ ਦੱਸਦੇ ਫਿਰੋ ਕਿ ਦੇਖੋ ਜੀ ਉਹਨਾਂ ਨੇ ਫਿਰ ਠੀਕ ਹੀ ਕਿਹਾ ਸੀ, ਆਜ਼ਾਦੀ ਇੰਜ ਨਹੀਂ ਮਿਲਦੀ, ਆਜ਼ਾਦੀ ਬੜੀ ਮਨ ਦੀ ਆਜ਼ਾਦੀ ਹੁੰਦੀ ਹੈ, ਇਹ ਬਾਕੀ ਦੇ ਲੋਕਾਂ ਨਾਲ ਮੁਹੱਬਤ ਨਾਲ ਰਹਿਣ ਦੀ ਆਜ਼ਾਦੀ ਹੁੰਦੀ ਹੈ, ਤੇ ਇਸ ਦੇਸ਼ ਦੇ ਵਿੱਚ ਮੁਹੱਬਤ ਨਾਲ ਰਹਿਣ ਦੀ ਆਜ਼ਾਦੀ ਦੀ ਕਾਫੀ ਜਗ੍ਹਾ ਪ੍ਰੋਵਾਈਡਡ। ਸਾਡਾ ਸਿਆਸਤਦਾਨ ਉਸ ਕਿਸਮ ਦੇ ਨਾਲ ਗੰਭੀਰ ਹੋਵੇ, ਸਿੰਸੀਅਰ ਹੋਵੇ, ਤੇ ਸਮਝੇ ਪਹਿਲਾਂ ਸਾਡਾ ਪੋਲੀਟੀਸ਼ੀਅਨ ਜਿਹੜਾ ਸਮਝੇ ਪਹਿਲਾਂ, ਉਸਦਾ ਇਸਤੇਮਾਲ ਨਾ ਕਰੇ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ, ਉਹਨਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਸਮਝੇ, ਤੇ ਫਿਰ ਉਹਦੇ ਨਾਲ ਇੱਕ ਇਮੇਜਿਨੇਟਿਵ ਪੋਲਿਟਿਕਸ, ਨਵੀਂ ਕਿਸਮ ਦੀ ਸਿਆਸਤ ਲੈ ਕੇ ਆਵੇ। ਅੱਜ ਲਈ ਇੰਨਾ ਹੀ। ਕਸ਼ਮੀਰ ਬਾਰੇ ਕਿਸੇ ਵੀ ਕਿਸਮ ਦੇ ਡਿਬੇਟ ਨੂੰ ਵਲੇਟ ਕੇ ਤੇ ਦੋ ਲਾਈਨਾਂ ਵਿੱਚ ਉਹਦਾ ਤੱਤਸਰ ਕੱਢਣਾ ਚੰਗਾ ਨਹੀਂ ਹੁੰਦਾ, ਇਸੇ ਤੋਂ ਬਚਣਾ ਚਾਹੀਦਾ ਹੈ। ਵੈਲੀ ਵਿੱਚ ਜੋ ਹੋ ਰਿਹਾ ਉਹ ਇਸੇ ਕਿਸਮ ਦੇ ਮੂੰਹ ਤੋੜ ਜਵਾਬ ਦੇਣ ਵਾਲੇ ਜਿਹੜੇ ਬਿਆਨਬਾਜ਼ੀ ਹੁੰਦੀਆਂ ਨੇ ਉਹਨਾਂ ਦਾ ਹੀ ਨਤੀਜਾ। ਧੰਨਵਾਦ ਤੇ ਤੁਹਾਡਾ ਰੱਬ ਰਾਖਾ।